ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰਉ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵਉ, ਹਿਰਦੈ ਧਿਆਵਉ। ਸ਼੍ਰੀ ਗੁਰ ਰਾਮਦਾਸ ਗੁਣ ਗਾਵਉ, ਸ਼੍ਰੀ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ, ਸ਼੍ਰੀ ਹਰਿ ਰਾਏ ਨਾਮੋ ਕਰ ਜੋਰੇ, ਨਾਮੋ ਕਰ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ, ਤਹਰੋਂ ਤਹਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਧ, ਬੰਦੋਂ ਕਰ ਅਨੁਰਾਗ। ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ। ਵੇਗਾਨ ਵਿਨਾਸਨ ਸੋਏ, ਵਾਹਿਗੁਰੂ ਜੀ ਕੀ ਫਤਿਹ। ਵੇਗਾਨ ਵਿਨਾਸਨ ਸੋਏ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਚੌਪਈ ਮਤੁ ਸੁਨਤ ਅਸਮੰਗਲ ਨ ਥਾ, ਸੇਖ ਦੇਨ ਬੋਲਿਓ ਸਭ ਸਾਥਾ। ਪੂਰਬ ਤੁਮ ਚਰਚਾ ਕਰ ਹਾਰੇ, ਅਨੇਕ ਭਾਂਤ ਕੇ ਸ਼ਗਤ ਦਿਖਾਰੇ। ਮਤੁ ਸੁਨਤ ਅਸਮੰਗਲ ਨ ਥਾ, ਸੇਖ ਦੇਨ ਬੋਲਿਓ ਸਭ ਸਾਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ, ਕਿਰਪਾ ਨਿਧਾਨ ਜੁਗਾਹੋ ਜੁਗ ਅਟਲ। ਚਵਰ ਛਤਰ ਤਖਤ ਦੇ ਮਾਲਿਕ, ਸ਼ਬਦਾ ਅਵਤਾਰ। ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤ ਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ।
ਵਡ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬਾਨਾਂ ਦਾ ਇਤਿਹਾਸ ਸਰਵਣ ਕਰਨਾ ਕੀਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਪਤਾ ਚਲਿਆ ਬਾਬਾ ਅਚਲ ਬਟਾਲੇ ਆਈ, ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਨੂੰ ਜਦੋਂ ਪਤਾ ਚਲਿਆ ਕਿ ਸ਼ਿਵਰਾਤਰੀ ਦੇ ਮੌਕੇ ਤੇ ਅਚਲ ਦੇ ਵਿੱਚ ਬਹੁਤ ਵੱਡਾ ਇਹਨਾਂ ਦਾ ਜੋਗੀਆਂ ਦਾ ਸਿੱਧਾਂ ਦਾ ਮੇਲਾ ਲੱਗ ਰਿਹਾ ਹੈ, ਉਹਨਾਂ ਨੂੰ ਉਪਦੇਸ਼ ਦੇਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਅਚਲ ਬਟਾਲੇ ਪਹੁੰਚਦੇ ਹਨ ਤੇ ਉੱਥੇ ਫਿਰ ਕੀ ਹੋਇਆ? ਸਭ ਤੋਂ ਪਹਿਲੇ ਜਿਸ ਰਾਤਰੀ ਨੂੰ ਮਹਾਰਾਜ ਜੀ ਪਹੁੰਚੇ ਬਹੁਤ ਜ਼ਿਆਦੀ ਹਨੇਰੀ ਆਈ, ਬਹੁਤ ਜ਼ਿਆਦੇ ਗੜੇ ਪਏ ਹਨ। ਫਿਰ ਜਦੋਂ ਦਿਨ ਚੜ੍ਹ ਗਿਆ, ਆਮ ਜੋ ਪਬਲਿਕ, ਆਮ ਜੋ ਲੋਕ ਉਹ ਮੇਲਾ ਖੇਡਣ ਦੇ ਵਾਸਤੇ ਜਦੋਂ ਅਚਲ ਪਹੁੰਚੇ, ਇੱਕ ਪਾਸੇ ਜਿਹੜੇ ਜੋਗੀ ਹਨ, ਸਿੱਧ ਹਨ, ਉਹਨਾਂ ਨੇ ਆਪਣਾ ਡੰਡਾ ਡੇਰਾ ਗੱਡ ਦਿੱਤਾ, ਆਪਣੇ ਤੰਬੂ ਉਹਨਾਂ ਨੇ ਲਾ ਦਿੱਤੇ। ਦੂਜੇ ਪਾਸੇ ਸਤਿਗੁਰੂ ਮਹਾਰਾਜ ਜੀ ਨੇ ਵੀ ਜਦੋਂ ਆਪਣਾ ਡੇਰਾ ਕਰਨਾ ਕੀਤਾ, ਪੂਰੇ ਇਲਾਕੇ ਦੇ ਵਿੱਚ ਪਿਆਰਿਓ ਜਦੋਂ ਇਹ ਚਰਚਾ ਪਸਰ ਗਈ ਕਿ ਗੁਰੂ ਨਾਨਕ ਦੇਵ ਜੀ, ਨਾਨਕ ਨਿਰੰਕਾਰੀ ਜੀ ਮਹਾਰਾਜ ਆਏ ਹੋਏ ਹਨ, ਸਾਰੀ ਜੋ ਪਬਲਿਕ ਹੈ, ਆਮ ਜੋ ਲੁਕਾਈ ਹੈ, ਉਹ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜ ਗਈ। ਜਿਸ ਤਰ੍ਹਾਂ ਕਿ ਪਿਆਰਿਓ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਹਨੇਰ ਪਲੋਆ। ਜਿਸ ਤਰ੍ਹਾਂ ਸੂਰਜ ਜੇ ਨਿਕਲ ਜਾਵੇ ਸਾਰੇ ਤਾਰੇ ਜਿਹੜੇ ਹਨ ਛੁਪ ਜਾਂਦੇ ਹਨ। ਉਂਝ ਰਾਤ ਨੂੰ ਜਦੋਂ ਆਪਾਂ ਤੱਕਦੇ ਹਾਂ ਅੰਧਕਾਰ ਦੇ ਵਿੱਚ, ਸੂਰਜ ਦੇ ਅਭਾਵ ਦੇ ਵਿੱਚ ਜਦੋਂ ਆਪ ਜੀ ਵੇਖੋ ਤਾਰੇ ਬੜੇ ਟਿਮਟਿਮਾਉਂਦੇ ਹਨ, ਸਾਰਾ ਆਕਾਸ਼ ਜਿਹੜਾ ਹੈ ਇਹ ਤਾਰਿਆਂ ਦੇ ਨਾਲ ਭਰ ਜਾਂਦਾ। ਲੇਕਿਨ ਇਹ ਨਹੀਂ ਸਮਝਣਾ ਚਾਹੀਦਾ, ਪਹਿਲੇ ਕਿਸੇ ਜ਼ਮਾਨੇ ਦੇ ਵਿੱਚ ਲੋਕ ਇਹੀ ਸੋਚਦੇ ਸਨ ਕਿ ਤਾਰੇ ਜਿਹੜੇ ਪਤਾ ਨਹੀਂ ਕਿੱਥੇ ਰਾਤ ਨੂੰ ਚੜ ਜਾਂਦੇ, ਦਿਨ ਨੂੰ ਜਿਹੜੇ ਗਾਇਬ ਹੋ ਜਾਂਦੇ। ਨਹੀਂ ਪਿਆਰਿਓ, ਦਿਨ ਨੂੰ ਵੀ ਆਕਾਸ਼ ਦੇ ਵਿੱਚ ਜਿੰਨੇ ਤਾਰੇ ਰਾਤ ਨੂੰ ਹਨ, ਉਨੇ ਤਾਰੇ ਦਿਨ ਨੂੰ ਵੀ ਆਕਾਸ਼ ਦੇ ਵਿੱਚ ਹੁੰਦੇ ਹਨ। ਲੇਕਿਨ ਸੂਰਜ ਦੇ ਪ੍ਰਤਾਪ ਦੇ ਵਿੱਚ ਉਹਨਾਂ ਦੀ ਰੌਸ਼ਨੀ ਜੋ ਹੈ ਮੱਧਮ ਪੈ ਜਾਂਦੀ ਹੈ, ਉਹਨਾਂ ਦਾ ਪ੍ਰਤਾਪ ਜਿਹੜਾ ਫਿੱਕਾ ਪੈ ਜਾਂਦਾ, ਛੁਪ ਜਾਂਦੇ ਹਨ। ਇਸ ਤਰ੍ਹਾਂ ਹੀ ਕਿਉਂਕਿ ਹਰ ਮੇਲੇ ਦੇ ਵਿੱਚ ਜਿਸ ਤਰ੍ਹਾਂ ਅੰਧਕਾਰ ਹੁੰਦਾ, ਕੋਈ ਵੱਡਾ ਨਹੀਂ ਹੁੰਦਾ ਸੀ, ਇਹ ਬੜੇ ਟਿਮਟਿਮਾਉਂਦੇ ਸਨ, ਬੜੀ ਇਨਾਦੀ ਵੀ ਚੱਲਦੀ ਸੀ, ਇਨਾਦੀ ਵੀ ਲੋਕੀ ਬਹੁਤ ਜ਼ਿਆਦੀ ਮਨੌਤ ਕਰਦੇ ਸਨ। ਲੇਕਿਨ ਐਤਕੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਗਿਆਨ ਦੇ ਭੰਡਾਰ ਹਨ, ਜੋ ਪ੍ਰੇਮ ਦੇ ਸੋਮੇ ਹਨ, ਸਤਿਗੁਰੂ ਮਹਾਰਾਜ ਸੂਰਜ ਦੇ ਪ੍ਰਤਾਪ ਵਾਂਗੂ ਮਹਾਰਾਜ ਜੀ ਦਾ ਜਾਹੋ ਜਲਾਲ ਜਦੋਂ ਸੰਸਾਰ ਦੇ ਵਿੱਚ ਵਿਥਰ ਰਿਹਾ ਸੀ, ਮਹਾਰਾਜ ਜਦੋਂ ਪਹੁੰਚੇ ਤੇ ਇਹ ਸਾਰੇ ਤਾਰਿਆਂ ਦੇ ਵੱਤ ਛੁਪ ਗਏ। ਇੱਕ ਵੀ ਬੰਦਾ ਇਹਨਾਂ ਦੇ ਕੋਲ ਨਹੀਂ ਗਿਆ। ਸਾਰੇ ਲੋਕ ਸਤਿਗੁਰੂ ਮਹਾਰਾਜ ਜੀ ਦੇ ਚਰਨ ਸ਼ਰਨ ਦੇ ਵਿੱਚ ਆਏ, ਬਹੁਤ ਜ਼ਿਆਦੀ ਮਾਇਆ ਅਰਪਣ ਕਰਨੀ ਕੀਤੀ। ਹੁਣ ਇਹ ਵੇਖ ਕਰਕੇ ਜਿੰਨੇ ਵੀ ਇਹ ਸਿੱਧ ਸਨ, ਉਹਨਾਂ ਨੇ ਖੁੰਨਸ ਖਾਧੀ ਹੈ। ਇਹਨਾਂ ਨੇ ਕਿਹਾ ਕਿ ਫਿਰ ਤੁਰੰਤ ਇਹਨਾਂ ਨੇ ਆਪਣੇ ਸਾਰੇ ਸਿੱਧਾਂ ਨੂੰ ਬੁਲਾ ਕਰਕੇ ਚਰਚਾ ਕੀਤੀ, ਜਿਹਨੂੰ ਆਪਾਂ ਬੋਲਦੇ ਨਾ ਮੀਟਿੰਗ। ਇਹਨਾਂ ਨੇ ਮੀਟਿੰਗ ਕਰਨੀ ਕੀਤੀ। ਕਹਿੰਦੇ ਜੇ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਰਹਿਣਗੇ ਦਾ, ਕੋਈ ਕਹਿੰਦਾ ਕਿ ਚਲੋ ਇਹਨਾਂ ਦੇ ਨਾਲ ਆਪਾਂ ਗਿਆਨ ਚਰਚਾ ਕਰੀਏ। ਕਿਸੇ ਨੇ ਇਹ ਸਲਾਹ ਦਿੱਤੀ ਹੈ ਗਿਆਨ ਦੇ ਨਾਲ ਨਹੀਂ, ਸਤਿਗੁਰੂ ਮਹਾਰਾਜ ਜੀ ਨੂੰ ਆਪਾਂ ਕਰਾਮਾਤ ਦੇ ਨਾਲ ਜਿੱਤ ਸਕਦੇ ਹਾਂ। ਪਹਿਲੇ ਵੀ ਕਈ ਵਾਰੀ ਇਹਨਾਂ ਨੇ ਪਤਿਆਵਾ ਕਰਕੇ ਵੇਖ ਲਿਆ, ਲੇਕਿਨ ਹਾਲੇ ਵੀ ਮਤ ਜਿਹੜੀ ਹੈ ਟਿਕਾਣੇ ਨਹੀਂ ਆਈ ਹੈ। ਇਸ ਤਰ੍ਹਾਂ ਇਹਨਾਂ ਨੇ ਜਦੋਂ ਮਤਾ ਪਕਾਉਣਾ ਕੀਤਾ, ਇੱਥੋਂ ਤੱਕ ਆਪ ਜੀਆਂ ਨੇ ਇਹ ਇਤਿਹਾਸ ਪਿਛਲੇ ਦੀਵਾਨਾਂ ਦੇ ਵਿੱਚ ਸਰਵਣ ਕੀਤਾ ਸੀ। ਆਓ ਪਿਆਰਿਓ, ਅਗਲਾ ਜੋ ਆਉਣ ਵਾਲਾ ਇਤਿਹਾਸ ਕਥਾ ਹੈ ਗੁਰੂ ਸਾਹਿਬਾਨਾਂ ਦੀ, ਆਪਾਂ ਸਰਵਣ ਕਰਨਾ ਕਰੀਏ। ਕਿਸ ਤਰ੍ਹਾਂ ਸਤਿਗੁਰੂ ਮਹਾਰਾਜ ਜਿਣ ਮੇਲਾ ਸ਼ਿਵਰਾਤ ਦਾ, ਇਹ ਸ਼ਿਵਰਾਤਰੀ ਦਾ ਮੇਲਾ ਕਿਸ ਤਰ੍ਹਾਂ ਜਿਣਦੇ ਹਨ। ਜਿਣ ਦਾ ਭਾਵ ਕਿ ਜਿੱਤਦੇ ਹਨ। ਸ਼ਬਦ ਜਿੱਤੀ ਸਿੱਧ ਮੰਡਲੀ, ਸ਼ਬਦ ਸ਼ਾਂਤ ਸਿੱਧਾਂ ਵਿੱਚ ਆਈ। ਸ਼ਬਦ ਦੇ ਨਾਲ
ਨੂੰ ਕਿ ਮਹਾਰਾਜ ਜੀ ਪਰਾਜੈ ਕਰਦੇ ਹਨ, ਜਿੱਤਦੇ ਹਨ। ਸਤਿਗੁਰੂ ਮਹਾਰਾਜ ਜੀ ਦੇ ਏਦਾਂ ਕਰੀਏ, ਕੋਈ ਵੀ ਰਸਨਾ ਦੇਣ ਦੇ ਵਾਸਤੇ ਇਹਨਾਂ ਸਾਰਿਆਂ ਦੇ ਤਾਈ ਉਹਨੇ ਬਚਨ ਉਚਾਰਨ ਕੀਤੋ ਨੇ। ਪੂਰਵ ਤੁਮ ਚਰਚਾ ਕਰ ਹਾਰੇ। ਮੰਗਲਨਾਥ ਸਿੱਧਾਂ ਨੂੰ ਕਹਿੰਦਾ, ਵੇ ਸਿੱਧੋ, ਤੁਹਾਨੂੰ ਅਕਲ ਟਿਕਾਣੇ ਤੁਹਾਡੀ ਰਹਿਣੀ ਚਾਹੀਦੀ ਹੈ, ਤੁਹਾਡੀ ਮੱਤ ਤਾਂ ਨਹੀਂ ਮਾਰੀ ਗਈ ਹੈ। ਕਿਉਂਕਿ ਪਹਿਲੀ ਵਾਰੀ ਥੋੜੀ ਤੁਹਾਡੀ ਸਤਿਗੁਰੂ ਮਹਾਰਾਜ ਜੀ ਦੇ ਨਾਲ ਚਰਚਾ ਹੋਣ ਵਾਲੀ, ਇਸ ਤੋਂ ਪਹਿਲੇ ਵੀ ਕਈ ਵਾਰੀ ਪਿਆਰਿਓ ਸਿੱਧਾਂ ਨੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਬਹਿਸਮਬਾਜ਼ੀ ਕੀਤੀ ਹੈ, ਵਾਦ ਵਿਵਾਦ ਕਰਨਾ ਕੀਤਾ। ਸੁਮੇਰ ਪਰਬਤ ਦੇ ਉੱਤੇ ਵੀ ਬਹੁਤ ਵੱਡੀ ਮਹਾਰਾਜ ਜੀ ਦੇ ਨਾਲ ਚਰਚਾ ਹੋਈ ਹੈ। ਔਰ ਵੀ ਕਈ ਇਲਾਕਿਆਂ ਦੇ, ਜਿਸ ਤਰ੍ਹਾਂ ਗੋਰਖ ਮਤਾ ਹੁਣ ਜਿਹੜਾ ਨਾਨਕ ਮਤਾ ਸਾਹਿਬ ਬਣ ਗਿਆ, ਉਥੇ ਵੀ ਸਿੱਧਾਂ ਦੇ ਨਾਲ ਮਹਾਰਾਜ ਜੀ ਦੀ ਬਹੁਤ ਜ਼ਿਆਦੀ ਚਰਚਾ ਹੋਈ ਹੈ। ਬੇਅੰਤ ਪਿਆਰਿਓ, ਜਦੋਂ ਆਪਾਂ ਗੁਰਬਾਣੀ ਨੂੰ ਵੀ ਪੜ੍ਹਦੇ ਨਾ ਇਸ ਪ੍ਰਪੇਖ ਦੇ ਵਿੱਚ, ਇਸ ਸੰਬੰਧ ਦੇ ਵਿੱਚ, ਜਿਸ ਤਰ੍ਹਾਂ ਕਿ ਜੇ ਆਪਾਂ ਪੂਰੀ ਬਾਣੀ ਰਾਮਕਲੀ ਰਾਗ ਦੇ ਵਿੱਚ ਪੜ੍ਹਦੇ ਹਾਂ, ਮਹਾਰਾਜ ਜੀ ਨੇ ਉਹਦਾ ਨਾਮ ਹੀ ਰੱਖ ਦਿੱਤਾ ਸਿੱਧ ਗੋਸ਼ਟ। ਸਿੱਧਾਂ ਦੇ ਨਾਲ ਮਹਾਰਾਜ ਜੀ ਨੇ ਜੋ ਗੋਸ਼ਟੀ ਕਰਨੀ ਕੀਤੀ ਹੈ, ਸਿੱਧਾਂ ਦੇ ਨਾਲ ਸਤਿਗੁਰੂ ਮਹਾਰਾਜ ਜੀ ਨੇ ਜੋ ਸੰਵਾਦ ਕਰਨਾ ਕੀਤਾ, ਉਹਦਾ ਨਾਮ ਹੀ ਮਹਾਰਾਜ ਜੀ ਨੇ ਰੱਖ ਦਿੱਤਾ ਸਿੱਧ ਗੋਸ਼ਟ। ਜੇ ਪਿਆਰਿਓ ਆਪਾਂ ਨਿਰੀ ਬਾਣੀ, ਪਾਵਨ ਬਾਣੀ ਸ਼੍ਰੀ ਜੀ ਸਾਹਿਬ ਜੀ ਦਾ ਜਾਪ ਕਰਦੇ ਆ, ਮੁੰਦਾ ਸੰਤੋਖ ਹੋ ਗਿਆ, ਭੁਗਤ ਗਿਆਨ ਵਾਲੀ, ਏਕਾ ਮਾਈ ਆਸਣ ਲੋਏ, ਇੱਕ ਦੂਜੀ ਭਾਓ, ਇਹ ਪੌੜੀਆਂ ਸਤਿਗੁਰੂ ਮਹਾਰਾਜ ਜੀ ਨੇ ਸਿੱਧਾਂ ਦੇ ਪ੍ਰਤੀ ਉਚਾਰਨ ਕਰਨਾ ਕੀਤਾ। ਉਹਨਾਂ ਦਾ ਬਾਹਰੀ ਭੇਖ ਜਿਹੜਾ ਉਹਦਾ ਖੰਡਨ ਕੀਤਾ। ਬੇਅੰਤ ਪਿਆਰਿਓ ਸ਼ਬਦ ਜ਼ਿਆਦਾ ਕਰਕੇ ਰਾਮਕਲੀ ਰਾਗ ਨੂੰ ਆਪਾਂ ਪੜ੍ਹਦੇ ਆ, ਸਤਿਗੁਰੂ ਮਹਾਰਾਜ ਜੀ ਨੇ ਔਰ ਵੀ ਕਈ ਰਾਗਾਂ ਦੇ ਵਿੱਚ ਇਹਨਾਂ ਦੇ ਨਾਲ ਜਦੋਂ ਸਤਿਗੁਰੂ ਮਹਾਰਾਜ ਜੀ ਦੀ ਚਰਚਾ ਹੋਈ ਹੈ, ਸੰਵਾਦ ਹੋਇਆ, ਮਹਾਰਾਜ ਜੀ ਨੇ ਇਹਨਾਂ ਨੂੰ ਸੁਮਤ ਦਿੱਤੀ ਹੈ। ਹੁਣ ਇਹ ਮੰਗਲਨਾਥ ਕਹਿੰਦਾ ਕਿ ਭਾਈ ਪਹਿਲੀ ਵਾਰੀ ਥੋੜੀ ਚਰਚਾ ਕਰਨ ਵਾਲੇ, ਇਸ ਤੋਂ ਪਹਿਲੇ ਵੀ ਤੁਸਾਂ ਨੇ ਬਥੇਰੀ ਚਰਚਾ ਕੀਤੀ। ਅਨੇਕ ਭਾਂਤ ਕੇ ਸ਼ਕਤ ਦਿਖਾਰੇ। ਤਰ੍ਹਾਂ ਤਰ੍ਹਾਂ ਦੀਆਂ ਸ਼ਕਤੀਆਂ ਵੀ ਤੁਸੀਂ ਦਿਖਾਈਆਂ ਸੀ ਸਤਿਗੁਰੂ ਮਹਾਰਾਜ ਜੀ ਦੇ ਅੱਗੇ। ਸਤਿਗੁਰੂ ਮਹਾਰਾਜ ਜੀ ਨੇ ਆਪਣੀ ਸ਼ਕਤੀ ਦਿਖਾਈ, ਆਪਣਾ ਉਹਨਾਂ ਨੇ ਗਿਆਨ ਦਿੱਤਾ, ਤੁਸੀਂ ਸਾਰੇ ਫੇਲ ਹੋ ਗਏ ਹੋ, ਕੋਈ ਅੱਗੇ ਨਹੀਂ ਆਇਆ ਸੀ। ਜਿਸ ਬਿਖੇ ਹੋ ਤੋ ਬਲ ਜੇਤਾ। ਜਿਹਦੇ ਜਿਹਦੇ ਵਿੱਚ ਜਿੰਨਾ ਜਿੰਨਾ ਬਲ ਸੀ ਨਾ, ਇਸ ਤੋਂ ਪਹਿਲਾਂ ਵੀ ਨਿਜ ਨਿਜ ਸਭਨ ਲਗਾਇਓ ਤੇਤਾ। ਤੁਸਾਂ ਸਾਰਿਆਂ ਨੇ ਆਪਣਾ ਪੂਰਾ ਬਲ ਜਿਹੜਾ ਹੈ ਲਾ ਲਿਆ, ਆਪਣਾ ਬਲ ਲਾ ਕਰਕੇ ਥੱਕ ਗਏ, ਤੇ ਅਖੀਰ ਨੂੰ ਤੁਸਾਂ ਸਾਰਿਆਂ ਨੇ ਕਿਹਾ ਸੀ ਨਾ, ਧੰਨ ਨਾਨਕ ਤੇਰੀ ਵੱਡੀ ਕਮਾਈ। ਤੁਸਾਂ ਨੇ ਆਪ ਕਹਿ ਦਿੱਤਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਤੁਹਾਡੀ ਕਮਾਈ ਬਹੁਤ ਵੱਡੀ ਹੈ। ਹਾਰ ਪਰੇ ਮੁਖ ਬੋਲੇ ਨਾਹੇ। ਉਸ ਵੇਲੇ ਤਾਂ ਹਾਰ ਖਾ ਗਏ ਸਨ, ਮੂੰਹੋਂ ਇੱਕ ਵੀ ਬਚਨ ਉਚਾਰਨ ਨਹੀਂ ਕੀਤਾ। ਅਬ ਤੁਮ ਗਰਬਤ ਹੋ ਮਨ ਮਾਹੇ। ਫਿਰ ਔਰ ਅੱਜ ਦੇਖੋ, ਉਹੀ ਸਤਿਗੁਰੂ ਮਹਾਰਾਜ ਜੀ ਦੇ ਨਾਲ ਤੁਸੀਂ ਬੜਾ ਗਰਬ ਕਰਦੇ ਹੋ, ਕਹਿੰਦੇ ਕਿ ਮਹਾਰਾਜ ਜੀ ਦੇ ਨਾਲ ਗਿਆਨ ਚਰਚਾ ਕਰਨੀ ਹੈ, ਸਤਿਗੁਰੂ ਮਹਾਰਾਜ ਜੀ ਦੇ ਨਾਲ ਕਰਾਮਾਤਾਂ ਦੀ ਲੜਾਈ ਕਰਨੀ ਹੈ। ਤੁਹਾਨੂੰ ਪਤਾ ਰਹਿਣਾ ਚਾਹੀਦਾ, ਹਾਂ ਜਿਹੜਾ ਕੋਈ ਨਵਾਂ ਬੰਦਾ ਹੋਵੇ ਉਹਦੇ ਨਾਲ ਪਿਆਰਿਓ ਕਈ ਵਾਰੀ ਜਦੋਂ ਲੜਾਈ ਹੁੰਦੀ ਨਾ, ਪਤਾ ਨਹੀਂ ਹੁੰਦਾ ਆਪਾਂ ਨੂੰ ਕਿ ਭਾਈ ਕਿਹਦੇ ਵਿੱਚ ਕਿੰਨੀ ਸ਼ਕਤੀ ਹੈ, ਕੌਣ ਜਿੱਤੇਗਾ ਤੇ ਕੌਣ ਹਾਰੇਗਾ। ਲੇਕਿਨ ਇੱਕ ਗੱਲ ਜਿਹੜੀ ਹੈ ਸਮਝਣ ਵਾਲੀ ਹੈ, ਇੱਕ ਬੰਦੇ ਦੇ ਨਾਲ ਤੁਹਾਡਾ ਜੰਗ ਹੋਵੇ, ਲੜਾਈ ਹੋਵੇ, ਇੱਕ ਵਾਰੀ ਹਾਰ ਜਾਓ, ਚਲੋ ਠੀਕ ਹੈ ਜੀ, ਬੰਦਾ ਹਾਰ ਗਿਆ, ਆਪਾਂ ਮੰਨ ਸਕਦੇ ਆ। ਫਿਰ ਦੁਬਾਰਾ ਉਹਦੇ ਨਾਲ ਲੜਾਈ ਕਰੋ, ਫਿਰ ਹਾਰ ਖਾ ਜਾਓ, ਚਲੋ ਫਿਰ ਵੀ ਆਪਾਂ ਮੰਨ ਸਕਦੇ। 3-4 ਵਾਰੀ ਤੁਸੀਂ ਇੱਕ ਬੰਦੇ ਤੋਂ ਹਾਰ ਗਏ, ਫਿਰ ਤੁਸੀਂ ਕਹੋਗੇ ਨਹੀਂ ਭਾਈ ਉਹਦੇ ਨਾਲ ਫਿਰ ਜੰਗ ਕਰਨਾ, ਫਿਰ ਉਹਦੇ ਨਾਲ ਲੜਾਈ ਕਰਨੀ ਹੈ, ਬਹਿਸਮਬਾਜ਼ੀ ਕਰਨੀ ਹੈ। ਇਹ ਤਾਂ ਮੂਰਖਾਂ ਵਾਲੀ ਗੱਲ ਹੋਈ ਹੈ। ਮੰਗਲਨਾਥ ਨੇ ਕਿਹਾ ਕਿ ਕਿਉਂ ਤੁਸੀਂ ਮੂਰਖ ਬਣਦੇ ਹੋ, ਕਈ ਵਾਰੀ ਤੁਸਾਂ ਨੇ ਲੜਾਈ ਕੀਤੀ, ਮਹਾਰਾਜ ਜੀ ਤੀਜਿਆ ਨਹੀਂ ਹੈ। ਹਠ ਕੋ ਕਰਹੁ ਲਾਜ ਕੋ ਖੋਏ। ਜੇ ਤੁਸਾਂ ਨੇ ਹੱਟ ਨੂੰ ਧਾਰਨ ਕਰਨਾ ਕੀਤਾ ਨਾ, ਹੁਣ ਵੀ ਤੁਹਾਡੀ ਇੱਜ਼ਤ ਪਤ ਬਚੀ ਹੋਈ ਹੈ। ਇੰਨੇ ਲੋਕਾਂ ਦੇ ਸਾਹਮਣੇ ਜੇ ਤੁਸੀਂ ਹੱਟ ਕਰੋਗੇ, ਸਤਿਗੁਰੂ ਮਹਾਰਾਜ ਜੀ ਦੇ ਨਾਲ ਗਿਆਨ ਚਰਚਾ ਕਰੋਗੇ, ਕਰਾਮਾਤ ਦੀ ਲੜਾਈ ਲੜੋਗੇ,
ਤਾਂ ਇਹਨਾਂ ਸਾਰਿਆਂ ਦੇ ਸਾਹਮਣੇ ਤੁਹਾਡਾ ਮੂੰਹ ਕਾਲਾ ਹੋ ਜਾਵੇਗਾ। ਪਹਿਲੇ ਤਾਂ ਚਲੋ ਸਿੱਧ ਮੰਡਲੀ ਸੀ, ਆਪਣੇ ਬੰਦੇ ਸਨ, ਕਿਉਂਕਿ ਆਪਣੇ ਬੰਦੇ ਦੇ ਵਿੱਚ ਆਪਣੇ ਬੰਦੇ ਹਾਰ ਵੀ ਖਾ ਜਾਣ ਤੇ ਆਪਣੇ ਬੰਦੇ ਛੁਪਾ ਕਰਕੇ ਰੱਖ ਲੈਂਦੇ ਹਨ। ਆਪਣਿਆਂ ਦੀ ਗੱਲ ਕੌਣ ਬਾਹਰ ਆਉਣ ਦਿੰਦਾ? ਹਾਂ, ਸਾਰਿਆਂ ਦੇ ਸਾਹਮਣੇ ਕੋਈ ਗੱਲ ਹੋ ਜਾਵੇ ਉਹਦਾ ਪ੍ਰਚਾਰ ਹੋ ਜਾਂਦਾ। ਮੰਗਲਨਾਥ ਕਹਿਣ ਲੱਗਾ ਕਿ ਭਾਈ ਹੁਣ ਤੁਸੀਂ ਹਾਰ ਗਏ ਇਹਨਾਂ ਦੇ ਨਾਲ ਤੇ ਤੁਹਾਡੀ ਬਹੁਤ ਜ਼ਿਆਦੀ ਬੇਇੱਜ਼ਤੀ ਹੋ ਜਾਵੇਗੀ। ਤੁਮ ਤੇ ਹਾਵਰਾ ਹੋਏ ਨਾ ਸੋਏ। ਫਿਰ ਤਾਂ ਲੋਕਾਂ ਨੇ ਕਹਿਣਾ ਤੁਹਾਡੇ ਵਰਗਾ ਨਿਲੱਜ ਹੌਲਾ ਬੰਦਾ ਕੋਈ ਵੀ ਨਹੀਂ ਹੈ। ਇੰਨੀ ਵਾਰੀ ਵੀ ਹਾਰ ਖਾ ਕਰਕੇ ਫਿਰ ਸਤਿਗੁਰੂ ਮਹਾਰਾਜ ਜੀ ਦੇ ਨਾਲ ਤੁਸਾਂ ਨੇ ਬੈਸਮਬਾਜ਼ੀ ਕਰਨੀ ਕੀਤੀ। ਸੋ ਲਜਿਤ ਹੋਵੈ ਨ ਕੈਸੇ। ਲੇਕਿਨ ਸਤਿਗੁਰੂ ਮਹਾਰਾਜ ਜੀ ਨੂੰ ਤੁਸੀਂ ਲੱਜਿਤ ਕਰਨਾ ਚਾਹੁੰਦੇ ਹੋ, ਸਤਿਗੁਰੂ ਮਹਾਰਾਜ ਜੀ ਨੂੰ ਸ਼ਰਮਸ਼ਾਰ ਕਰਨਾ ਚਾਹੁੰਦੇ ਹੋ, ਇਹ ਤੁਹਾਡੀ ਬਹੁਤ ਵੱਡੀ ਭੁੱਲ ਹੈ। ਸਤਿਗੁਰੂ ਮਹਾਰਾਜ ਕਦੇ ਸ਼ਰਮਸ਼ਾਰ ਨਹੀਂ ਹੋ ਸਕਦੇ ਹਨ। ਤੁਮ ਕੋ ਜਿਤੈ ਗੋ ਬੇਦ ਤੈਸੇ। ਬੇਸ਼ੱਕ ਉਹ ਕੱਲੇ ਹਨ, ਭਾਵੇਂ ਤੁਸੀਂ ਜਿੰਨਾ ਮਰਜੀ ਆਪਣਾ ਲਾਭ ਲਸ਼ਕਰ ਭਾਵ ਕੇ ਜਿੰਨੇ ਮਰਜੀ ਸਿੱਧਾਂ ਨੂੰ ਬੁਲਾ ਲਿਓ, ਸਤਿਗੁਰੂ ਮਹਾਰਾਜ ਜੀ ਨੂੰ ਤੁਸੀਂ ਨਹੀਂ ਜਿੱਤ ਸਕਦੇ। ਤੁਮ ਨਿਜ ਮਨਤਾ ਚਾਹੋ ਜੇ ਪਾਏ। ਮੰਗਲਨਾਥ ਕਹਿਣ ਲੱਗਾ ਜੇ ਤੁਸੀਂ ਆਪਣੀ ਮਨਤਾ ਜੋ ਹੈ ਲੋਕਾਂ ਦੇ ਵਿੱਚ, ਕੀ ਹੋਇਆ ਅੱਜ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਆ ਗਏ ਤਾਂ ਤੁਹਾਡੀ ਮਨਤਾ ਜਿਹੜੀ ਹੈ ਘਟ ਗਈ ਹੈ। ਲੇਕਿਨ ਮਹਾਰਾਜ ਜੀ ਨੇ ਰੋਜ਼-ਰੋਜ਼ ਇੱਥੇ ਥੋੜੀ ਆਉਣਾ। ਜਦੋਂ ਮਹਾਰਾਜ ਚੱਲ ਗਏ ਫਿਰ ਤੁਹਾਡੀਆਂ ਦੁਕਾਨਦਾਰੀਆਂ ਸ਼ੁਰੂ ਹੋ ਜਾਣਗੀਆਂ। ਲੇਕਿਨ ਇੱਕ ਵਾਰੀ ਤੁਹਾਡੀ ਬੇਇੱਜ਼ਤੀ ਹੋ ਜਾਵੇ ਨਾ ਬੇਇੱਜ਼ਤੀ, ਫਿਰ ਤੁਹਾਡੀ ਕਿਸੇ ਨੇ ਵੀ ਨਹੀਂ ਮੰਨਣਾ। ਫਿਰ ਤਾਂ ਆਈ ਲੋਕਾਂ ਨੇ ਕਹਿਣਾ ਭਈ ਇਹਨਾਂ ਸਿੱਧਾਂ ਦੇ ਕੋਲ ਕੀ ਜਾਣਾ ਭਾਈ, ਇਹ ਤਾਂ ਮੂਰਖ ਹਨ, ਇਹਨਾਂ ਦੇ ਕੋਲ ਤਾਂ ਕੱਖ ਵੀ ਨਹੀਂ ਹੈ ਕਰਕੇ। ਸਰਬ ਗਰਭ ਨਿਜ ਦੇਹੁ ਨਸਾਏ। ਤੁਹਾਡਾ ਜਿੰਨਾ ਵੀ ਗਰਭ ਜਿਹੜਾ ਹੈ ਇਹ ਖਤਮ ਹੋ ਜਾਵੇਗਾ, ਨਾਸ਼ ਹੋ ਜਾਵੇਗਾ। ਹੈ ਅਨੁਸਾਰ ਮਿਲਹੁ ਅਬ ਤਾਹੇ। ਇਸ ਕਰਕੇ ਜੇ ਕੋਈ ਵੱਡਾ ਮਨੁੱਖ ਹੋਵੇ ਨਾ ਕੋਈ ਮਹਾਂਪੁਰਖ ਹੋਵੇ, ਉਹਦੇ ਨਾਲ ਲੜਨ ਵਾਸਤੇ ਭਿੜਨ ਵਾਸਤੇ ਨਹੀਂ ਜਾਈਦਾ। ਜੇ ਵੱਡਾ ਹੋਵੇ ਨਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਨਾ ਸਾਮੂਹੇ ਨਾ ਬੋਲੀਆਰੀ ਐਸੇ ਸਾਧ ਜਨ ਸੋ। ਇਹੋ ਜੇ ਕੋਈ ਮਹਾਂਪੁਰਖ ਨਜ਼ਰ ਆਉਣਗੇ ਉਹਨਾਂ ਦੇ ਅੱਗੇ ਬੋਲਣਾ ਨਹੀਂ ਚਾਹੀਦਾ, ਉਹਨਾਂ ਦੇ ਅੱਗੇ ਤਾਂ ਹੱਥ ਜੋੜ ਕੇ ਖੜਨਾ ਚਾਹੀਦਾ। ਜੇ ਤੁਸੀਂ ਇਹਨਾਂ ਦੇ ਅੱਗੇ ਬੋਲੋਗੇ ਤੁਹਾਡੀ ਬਹੁਤ ਜ਼ਿਆਦੀ ਬੇਪੱਤੀ ਹੋਵੇਗੀ। ਭਾਵੋ ਜੇ ਕਿਛ ਚਾਹੋ ਮਨ ਮਾਹੇ। ਜੇ ਤੁਸੀਂ ਆਪਣੇ ਮਨ ਦੇ ਵਿੱਚ ਕੁਝ ਵਸਤੂ ਦੀ ਪ੍ਰਾਪਤੀ ਕਰਨਾ ਚਾਹੁੰਦੇ ਹੋ ਤਾਂ ਮੰਗਲਨਾਥ ਜੀ ਕਹਿਣ ਲੱਗੇ ਸ਼ਰਧਾ ਭਾਵਨਾ ਦੇ ਵਿੱਚ ਆ ਕਰਕੇ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜ ਜਾਓ ਤੁਹਾਡੀ ਵੀ, ਕਿਉਂਕਿ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਇਆ। ਜਿਨ੍ਹਾਂ ਜਿਨ੍ਹਾਂ ਨੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸੇਵਾ ਕਰਨੀ ਕੀਤੀ ਹੈ, ਪੂਜਨ ਕਰਨਾ ਕੀਤਾ, ਉਹਨਾਂ ਦੀ ਪੂਜਾ ਸਤਿਗੁਰੂ ਮਹਾਰਾਜ ਆਪ ਕਰਵਾਉਂਦੇ ਹਨ। ਸੁਨ ਕੈ ਭੰਗਰ ਨਾਥ ਖਿਜਾਵਾ। ਸੁਨ ਕਰਕੇ ਜੋ ਭੰਗਰ ਨਾਥ ਹੈ ਬਹੁਤ ਵੱਡਾ ਅਹੰਕਾਰੀ ਹੈ ਪਿਆਰਿਓ, ਉਹ ਇੱਕਦਮ ਮਨ ਵਿੱਚ ਖਿੱਚ ਗਿਆ। ਛੂਛੇ ਘਾਟ ਜਿਉ ਬਚਨ ਅਲਾਵਾ। ਜਿਸ ਤਰ੍ਹਾਂ ਕੇ ਖਾਲੀ ਭਾਂਡਾ ਜਿਹੜਾ ਹੈ ਨਾ ਤੇ ਮਹਾਰਾਜ ਜੀ ਨੇ ਕਿਹਾ ਨਾ ਭਰਿਆ ਹੋਏ ਸੋ ਕਭੈ ਨਾ ਢੂਲੇ, ਕਹੇ ਕਬੀਰ ਸ਼ੂਸ਼ਾ ਘਟ ਬੋਲੇ। ਖਾਲੀ ਘੜਾ ਜਿਹੜਾ ਹੋਵੇ ਨਾ ਉਹ ਬਹੁਤ ਜ਼ਿਆਦਾ ਵੱਜਦਾ, ਲੇਕਿਨ ਉਹਦੇ ਵਿੱਚ ਜੇ ਪਾਣੀ ਭਰ ਦਿਓ ਜਾਂ ਕਿਸੇ ਵਸਤੂ ਦੇ ਨਾਲ ਉਹਨੂੰ ਭਰ ਦਿਓ ਉਹ ਫਿਰ ਬੋਲਦਾ ਨਹੀਂ ਹੈ ਪਿਆਰਿਓ, ਜਿੰਨਾ ਮਰਜੀ ਠਣਕਾਉਣਾ ਕਰੋ ਉਹ ਚੁੱਪ ਹੋ ਜਾਂਦਾ। ਇਸ ਤਰ੍ਹਾਂ ਇਹ ਗਿਆਨ ਦੀ ਗੱਲ ਹੈ। ਜਿਹੜੇ ਗਿਆਨ ਤੋਂ ਖਾਲੀ ਹੁੰਦੇ ਹਨ ਉਹ ਬਹੁਤ ਜ਼ਿਆਦਾ ਬੋਲਦੇ, ਬਹੁਤ ਜ਼ਿਆਦਾ ਬਹਿਸਮਬਾਜ਼ੀ ਕਰਦੇ, ਲੇਕਿਨ ਜਿਨ੍ਹਾਂ ਨੂੰ ਸੱਚਮੁੱਚ ਗਿਆਨ ਦੀ ਪ੍ਰਾਪਤੀ ਹੋ ਜਾਵੇ ਉਹ ਫਿਰ ਆਤ ਵਿਟੰਡਾ ਨਹੀਂ ਕਰਦੇ ਹਨ। ਪੂਰਾ ਬਹੇ ਪਖੇ ਤੇ ਸੁਕੇਰਾ। ਭੰਗਰਨਾਥ ਕਹਿਣ ਲੱਗਾ ਮੰਗਲਨਾਥ ਜੀ ਨੂੰ, ਕਹਿੰਦਾ ਕਿ ਵੇ ਮੰਗਲਨਾਥ ਤੂੰ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪੱਖੀ ਹੈ, ਤੇਰੇ ਨਾਲ ਕੀ ਗੱਲ ਕਰਨੀ ਹੈ ਭਾਈ। ਹੈ ਤੂੰ ਸਿੱਧ, ਹੈ ਤੂੰ ਜੋਗੀ, ਜੋਗੀਆਂ ਦਾ ਭੇਸ ਧਾਰਨ ਕਰਕੇ ਤੂੰ ਗੁਰੂ ਨਾਨਕ ਦੀ, ਤੂੰ ਦੁਸ਼ਮਨਾਂ ਦੀ ਬੋਲੀ ਬੋਲਦਾ ਹੈ। ਕਰ ਤੋ ਰਹਿਓ ਵਿਪਰਜਾ ਚੇਰਾ। ਜਦੋਂ ਵੀ ਅਸੀਂ ਕੁਝ ਕੰਮ ਕਰਦੇ ਆ ਤੂੰ ਝਗੜਾ ਪਾ ਦਿੰਦਾ, ਤੂੰ ਉਹਨਾਂ ਦੀ ਵਡਿਆਈ ਕਰਦਾ, ਭਾਵ ਕਿ ਕਿਸ ਤਰ੍ਹਾਂ ਆਪਾਂ ਬੋਲਦੇ ਨਾ ਆਪਣਾ ਬੰਦਾ ਰਹਿ ਕਰਕੇ ਦੂਜਿਆਂ ਦੀ ਤਾਰੀਫ ਕਰੇ ਤੇ ਆਪਾਂ ਕਹਿ ਦਿੰਦੇ ਆ ਤੂੰ ਭਾਈ ਦੱਸ ਦੇ ਤੂੰ ਸਾਡਾ ਹੈ ਕਿ ਉਹਦਾ ਹੈ।
ਇਹਨਾਂ ਨੇ ਵੀ ਕਹਿ ਦਿੱਤਾ ਹੈ ਤੂੰ ਸਾਡਾ ਜੋਗੀ ਹੈ, ਲੇਕਿਨ ਗੱਲ ਉਸਤਤੀ ਤੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਕਰਦਾ। ਲੱਗਦਾ ਗੁਰੂ ਨਾਨਕ ਦਾ ਤੂਨੇ ਕੜਾ ਪ੍ਰਸ਼ਾਦ ਛਕਣਾ ਕੀਤਾ। ਆਪਨੋ ਪੰਥ ਛੋੜ ਤੈਂ ਦੀਨਾ, ਤੂਨੇ ਆਪਣਾ ਪੰਥ ਦਾ ਤਿਆਗ ਕਰਕੇ ਗੁਰੂ ਨਾਨਕ ਨੂੰ ਆਪਣਾ ਗੁਰੂ ਧਾਰਨ ਕਰ ਲਿਆ ਹੈ। ਤeh ਕੋ ਮਤੋ ਗ੍ਰਹਿਣ ਕਰ ਲੈਣਾ, ਆਪਣਾ ਮਤਾ ਜੋਗ ਮਤ ਨੂੰ ਤਿਆਗ ਕਰਕੇ ਨਾਨਕ ਦਾ ਮਤ ਜਿਹੜਾ ਹੈ, ਸਿੱਖੀ ਦਾ ਮਤ ਤੂਨੇ ਧਾਰਨ ਕਰਨਾ ਕੀਤਾ। ਕਿਸ ਬੇਦ ਤੇਰੋ ਕਹੋ ਨਾ ਮਾਨਾ, ਭਾਈ ਜਿੰਨਾ ਮਰਜੀ ਤੂੰ ਬੋਲਣਾ ਕਰ, ਤੂੰ ਤਾਂ ਸਾਡਾ ਬੰਦਾ ਹੀ ਨਹੀਂ ਹੈ, ਤੂੰ ਤਾਂ ਆਪਣਾ ਬੰਦਾ ਨਹੀਂ ਹੈ। ਜੇ ਆਪਣਾ ਬੰਦਾ ਹੋਵੇ ਤੇ ਉਹਦੀ ਗੱਲ ਮੰਨਦੇ ਆ, ਤੂੰ ਹੈ ਸਾਡਾ ਨਹੀਂ, ਤੇਰਾ ਬਚਨ ਅਸਾਂ ਨੇ ਨਹੀਂ ਮੰਨਣਾ ਹੈ। ਹਮ ਚਰਚਾ ਤੇ ਸੰਗ ਬਖਾਨਾ, ਜੋ ਮਰਜੀ ਹੋ ਜਾਏ ਅਸੀਂ ਤਾਂ ਜਾ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਗਿਆਨ ਚਰਚਾ ਕਰਨੀ ਹੈ। ਤੁਝ ਦੇਖਤ ਹਮ ਲੈਵਹਿ ਜੇਤੇ, ਤੂੰ ਕਹਿੰਦਾ ਨਾ ਜੋ ਮਰਜੀ ਕਰ ਦਿਓ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਨਾ ਤੁਸੀਂ ਗਿਆਨ ਦੇ ਨਾਲ, ਨਾ ਤੁਸੀਂ ਅਜ਼ਮਤ ਕਰਾਮਾਤਾਂ ਦੇ ਨਾਲ ਜਿੱਤ ਸਕਦੇ, ਲੇਕਿਨ ਤੂੰ ਵੇਖਦਾ ਰਹਿ ਜਾਵੇਗਾ ਗੁਰੂ ਨਾਨਕ ਨੂੰ ਅਸੀਂ ਗਿਆਨ ਦੇ ਨਾਲ ਤੇ ਕਰਾਮਾਤ ਦੇ ਨਾਲ ਜਿੱਤ ਲੈਣਾ। ਤਾਉ ਨਿਸ਼ਚੈ ਉਰ ਆਇ ਪ੍ਰਤੀਤੇ, ਤਾਂ ਤੇਰੇ ਮਨ ਦੇ ਵਿੱਚ ਨਿਸ਼ਚਾ ਕਰਕੇ ਪ੍ਰਤੀਤੀ ਆਵੇਗੀ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਬਹੁਤ ਛੋਟੇ ਹਨ ਤੇ ਸਿੱਧ ਜਿਹੜੇ ਹਨ ਸਭ ਤੋਂ ਵੱਡੇ ਹਨ। ਆਸ ਕਹਿ ਕਰ ਗਮਨੇ ਦੇਸ਼ ਤਾਹੇ, ਇਸ ਤਰ੍ਹਾਂ ਕਹਿ ਕਰਕੇ ਇਹ ਸਾਰੇ ਸਿੱਧ ਜੋਗੀ ਜਿਹੜੇ ਜਿੱਥੇ ਸਤਿਗੁਰੂ ਮਹਾਰਾਜ ਜੀ ਨੇ ਆਪਣਾ ਪਾਵਨ ਡੇਰਾ ਕਰਨਾ ਕੀਤਾ, ਅੱਜ ਵੀ ਪਿਆਰਿਓ ਉਹ ਪਾਵਨ ਅਸਥਾਨ ਜਿਹੜਾ ਕਾਇਮ ਹੈ। ਆਪ ਜੀ ਜਦੋਂ ਜਾਓਗੇ ਨਾ ਅਚਲ ਸਾਹਿਬ, ਤੇ ਅਚਲ ਸਾਹਿਬ ਦੇ ਵਿੱਚ ਬਹੁਤ ਵੱਡਾ ਪੁਰਾਤਨ ਹਿੰਦੂਆਂ ਦਾ ਸ਼ਿਵਾ ਦਾ ਉਹ ਮੰਦਿਰ ਵੀ ਮੌਜੂਦ ਹੈ। ਨਾਲੀ ਪਿਆਰਿਓ ਜਦੋਂ ਆਪਾਂ ਜਾਂਦੇ ਨਾ, ਮੰਦਿਰ ਦੇ ਐਨ ਸੱਜੇ ਪਾਸੇ ਇੱਕ ਦਰਖਤ ਹੈ, ਉਹਦੇ ਹੇਠ ਸਤਿਗੁਰੂ ਮਹਾਰਾਜ ਜੀ ਨੇ ਬੈਠਣਾ ਕੀਤਾ। ਉਹ ਪਾਵਨ ਅਸਥਾਨ ਹਾਲੇ ਵੀ ਉੱਥੇ ਸ਼ਿਸ਼ੋਭਤ ਹੈ, ਜਿੱਥੇ ਸਤਿਗੁਰੂ ਮਹਾਰਾਜ ਉਹਨਾਂ ਜ਼ਮਾਨਿਆਂ ਦੇ ਵਿੱਚ ਉਸ ਮੌਕੇ ਬੈਠੇ ਹੋਏ ਸਨ। ਪ੍ਰਾਵਟੇਗਾ ਫੇਰ ਹੋਤੇ ਬਹੁ ਜਾਹੇ, ਜਦੋਂ ਸਤਿਗੁਰੂ ਮਹਾਰਾਜ ਜੀ ਦੇ ਕੋਲ ਇਹ ਪਹੁੰਚੇ, ਕੀ ਤੱਕਦੇ ਹਨ? ਸਤਿਗੁਰੂ ਮਹਾਰਾਜ ਜੀ ਦੇ ਆਸ-ਪਾਸ ਬਹੁਤ ਜ਼ਿਆਦੀ ਭੀੜ ਲੱਗੀ ਹੋਈ ਹੈ। ਕਰਤ ਭਗਤੀ ਭਗਤ ਪ੍ਰਕਾਰਾ, ਜੋ ਭਗਤੀਏ ਸਨ, ਰਾਸ ਧਾਰੀਏ, ਇਹ ਵੀ ਪਿਆਰਿਓ ਇੱਕ ਸੰਪਰਦਾਇ ਹੈ ਹਿੰਦੂਆਂ ਦੇ ਵਿੱਚ। ਹਿੰਦੂਆਂ ਦੇ ਵਿੱਚ ਜੋ ਸਾਧੂ ਸੰਤ ਹੁੰਦੇ ਹਨ ਤੇ ਉਹਨਾਂ ਦੀਆਂ ਬਹੁਤ ਸਾਰੀਆਂ ਸੰਪਰਦਾਵਾਂ, ਪੰਚਮ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਹਨਾਂ ਸੰਪਰਦਾਵਾਂ ਦਾ ਸੁਖਮਨੀ ਸਾਹਿਬ ਜੀ ਦੇ ਵਿੱਚ ਜ਼ਿਕਰ ਕਰਨਾ ਕੀਤਾ। ਮਹਾਰਾਜ ਜੀ ਨੇ ਕਿਹਾ ਨਾ, ਭਗਉਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੈ ਦੁਸ਼ਟ ਕਾ ਸੰਗ, ਮਨ ਤੇ ਬਿਨਸੈ ਸਗਲਾ ਭਰਮ, ਕਰ ਪੂਜੈ ਸਗਲ ਪਾਰ ਬ੍ਰਹਮ, ਸਾਧ ਸੰਗ ਪਾਪਾ ਮਲ ਹੋਵੈ, ਤਿਸ ਭਗਉਤੀ ਕੀ ਮਤ ਊਤਮ ਹੋਵੈ, ਭਗਵੰਤ ਕੀ ਟਹਿਲ ਕਰੈ ਨਿਤ ਨੀਤ, ਮਨ ਤਨ ਅਰਪੈ ਬਿਸਨ ਪ੍ਰੀਤ। ਇਹ ਜੋ ਮਤ ਹਨ, ਭਗਉਤੀ ਮਤ ਹੈ, ਵੈਸ਼ਨੋ ਮਤ ਹੈ, ਨਾਲ ਸ਼ੈਵ ਮਤ ਹੈ, ਬਹੁਤ ਸਾਰੀਆਂ ਸੰਪਰਦਾਵਾਂ, ਰਾਸਧਾਰੀ ਤੇ ਅਪਰਸ ਲੋਕ ਵੀ ਹੁੰਦੇ ਸਨ, ਤੇ ਅਪਰਸ ਜਿਹੜੇ ਕਿਤੋਂ ਵੀ ਸਪਰਸ਼ ਨਹੀਂ ਕਰਦੇ। ਤੇ ਸਤਿਗੁਰੂ ਮਹਾਰਾਜ ਜੀ ਨੇ ਉਸ ਅਸ਼ਪਰਦੀ ਦੇ ਵਿੱਚ ਉਹਨਾਂ ਨੂੰ ਮਹਾਰਾਜ ਜੀ ਨੇ ਸਿੱਖਿਆ ਦਿੱਤੀ ਹੈ ਕਿ ਸਿਰਫ ਰਾਸਧਾਰੀ ਭਗਤੀ ਹੈ, ਭਗਉਤੀ ਬਣਨ ਕਰਕੇ ਕੋਈ ਇੱਥੇ ਸਤਿਗੁਰੂ ਮਹਾਰਾਜ ਇੱਥੇ ਬੈਠੇ ਹੋਏ ਸਨ, ਇਹ ਭਗਤੀਏ ਜੋ ਹਨ ਇਹਨਾਂ ਨੇ ਭਗਤ ਕਰਨਾ ਸ਼ੁਰੂ ਕਰ ਦਿੱਤਾ। ਭਾਵ ਕਿ ਇਹ ਹਿੰਦੂਆਂ ਦੇ ਵਿੱਚ ਪਿਆਰਿਓ ਸੰਪਰਦਾਇ ਹੈ, ਭਗਤੀਆ ਕਰਕੇ, ਜਾਂ ਕਈ ਇਹਨਾਂ ਨੂੰ ਭਗਉਤੀ ਕਰਕੇ ਵੀ ਕਹਿੰਦੇ ਹਨ। ਇਹਨਾਂ ਦਾ ਕੰਮ ਹੁੰਦਾ ਰਾਸ ਕਰਨਾ, ਭਾਵ ਕਿ ਆਨੰਦ ਦੇ ਵਿੱਚ ਨੱਚਣਾ ਤੇ ਪ੍ਰਮਾਤਮਾ ਦੇ ਉਸਤੁਤੀ ਦੇ ਗੀਤ ਗਾਉਣੇ ਹਨ। ਵੇਦਾਂ ਦੇ ਵਿੱਚ, ਸਿਮਰਤੀਆਂ ਦੇ ਵਿੱਚ, ਸ਼ਾਸਤਰਾਂ ਦੇ ਵਿੱਚ ਜਿਸ ਤਰ੍ਹਾਂ ਆਪਾਂ ਗੁਰਬਾਣੀ ਦਾ ਕੀਰਤਨ ਕਰਦੇ ਆ, ਤੇ ਇਹ ਵੀ ਭਗਤੀਏ ਜਿਹੜੇ ਹਨ ਕੀ ਕਰਦੇ ਹਨ, ਹਿੰਦੂ ਮਤ ਦੇ ਜੋ ਸਾਹਿਤ ਹਨ, ਧਰਮ ਗ੍ਰੰਥ ਹਨ, ਉਹ ਸ਼ਬਦਾਂ ਨੂੰ ਲੈ ਕਰਕੇ ਕੀਰਤਨ ਕਰਦੇ ਤੇ ਕੀਰਤਨ ਵੀ ਕਰਦੇ। ਕਈ ਵਾਰੀ ਜਦੋਂ ਕੀਰਤਨ ਕਰਦੇ ਕਰਦੇ ਬਹੁਤ ਜ਼ਿਆਦਾ ਇਹਨਾਂ ਨੂੰ ਸਰੂਰ ਚੜ ਜਾਂਦਾ, ਆਨੰਦ ਆ ਜਾਂਦਾ, ਤੇ ਇਹ ਫਿਰ ਨੱਚਦੇ ਹਨ। ਤੇ ਸਤਿਗੁਰੂ ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਵੀ ਇਹਨਾਂ ਦਾ ਜ਼ਿਕਰ ਕਰਨਾ ਕੀਤਾ, ਕਿਹਾ ਕਿ ਸਰੀਰ ਕਰਕੇ ਨਹੀਂ ਭਾਈ, ਆਪਣੇ ਮਨ ਨੂੰ ਨਚਾਓ, ਇਹ ਮਨ ਨਾਚਾਓ, ਰਖ ਰਖ ਪਾਓ,
ਐ ਮਨ ਤੂੰ ਨਚਨਾ ਕਰ। ਸਹਿਜ ਅਵਸਥਾ ਦੇ ਵਿੱਚ, ਗਿਆਨ ਦੀ ਅਵਸਥਾ ਦੇ ਵਿੱਚ ਤੂੰ ਨਚਨਾ ਕਰ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜਦੋਂ ਬੈਠੇ ਹੋਏ ਸਨ, ਇਹ ਭਗਤੀਆਂ ਨੇ ਆ ਕਰਕੇ, ਰਾਸ ਧਾਰੀਆਂ ਨੇ ਆ ਕਰਕੇ ਉਹਨਾਂ ਨੇ ਰਾਸ ਕਰਨੀ ਕੀਤੀ ਹੈ, ਭਗਤੀ ਕਰਨੀ ਕੀਤੀ, ਭਾਵ ਕਿ ਉਹਨਾਂ ਨੇ ਕੀਰਤਨ ਕਰਨਾ ਕੀਤਾ। ਰਾਧਾ ਕਿਸ਼ਨ ਬੇਖ ਤਨ ਧਾਰਾ। ਕਈਆਂ ਨੇ ਕੀ ਕਰਨਾ ਕੀਤਾ, ਕੋਈ ਰਾਧਾ ਦਾ, ਕੋਈ ਕ੍ਰਿਸ਼ਨ ਦਾ ਭੇਖ ਧਾਰਨ ਕੀਤਾ ਹੈ। ਕੌਤਕ ਹੋਵਤ ਗੁਰੂ ਅਗਾਰੇ। ਸਤਿਗੁਰੂ ਮਹਾਰਾਜ ਜੀ ਦੇ ਅੱਗੇ ਇਹ ਬਹੁਤ ਜ਼ਿਆਦਾ ਕੌਤਕ ਹੋ ਰਿਹਾ, ਭਾਵ ਕਿ ਕੀਰਤਨ ਚੱਲ ਰਿਹਾ। ਉਂਝ ਸਤਿਗੁਰੂ ਮਹਾਰਾਜ ਜੀ ਨੇ ਜਦੋਂ ਪਿਆਰਿਓ ਇਹ ਧਰਮ ਵਾਲੇ ਭਗਤੀਏ, ਰਾਸ ਧਾਰੀਏ, ਜਦੋਂ ਆਪਣੀ ਭਗਤੀ ਦੇ ਹੇਠ ਗਲਤ ਕੰਮ ਕਰਦੇ ਸਨ, ਤਾਂ ਸਤਿਗੁਰੂ ਮਹਾਰਾਜ ਜੀ ਨੇ ਆਸਾ ਦੀ ਵਾਰ ਦੇ ਵਿੱਚ, ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਮਥੁਰਾ ਮੰਡਲ ਦੇ ਵਿੱਚ ਗਏ, ਤਾਂ ਉੱਥੇ ਪਿਆਰਿਓ ਕੀ ਹੋਇਆ ਸੀ, ਕ੍ਰਿਸ਼ਨ ਜਨਮਾਸ਼ਟਮੀ ਦਾ ਸਮਾਂ ਲਾਗੇ ਆ ਗਿਆ। ਸਤਿਗੁਰੂ ਮਹਾਰਾਜ ਜੀ ਨੇ ਫਿਰ ਤੱਕਿਆ, ਉਹ ਇਤਿਹਾਸ ਆਪਾਂ ਪਿੱਛੇ ਵਾਚ ਕੇ ਆਏ ਹਾਂ। ਜਦੋਂ ਮਹਾਰਾਜ ਜੀ ਨੇ ਤੀਰਥਾਂ ਦੀ ਯਾਤਰਾ ਆਰੰਭ ਕੀਤੀ ਸੀ, ਮਹਾਰਾਜ ਜੀ ਗੰਗਾ ਦੇ ਵਿੱਚ ਗਏ, ਹਰਿਦੁਆਰ, ਹਰ ਕੀ ਪੌੜੀ ਤੇ ਉੱਥੇ ਸਿੱਖਿਆ ਦੇ ਕਰਕੇ ਫਿਰ ਬਾਅਦ ਵਿੱਚ ਵਾਪਸ ਮਹਾਰਾਜ ਜੀ ਮਥੁਰਾ ਮੰਡਲ ਦੇ ਵਿੱਚ ਜਦੋਂ ਆਏ, ਉੱਥੇ ਫਿਰ ਕਈ ਲੋਕ ਰਾਸ ਧਾਰੀ ਜਿਹੜੇ, ਉਹਨਾਂ ਨੇ ਰਾਸ ਕਰਨਾ ਸ਼ੁਰੂ ਕਰ ਦਿੱਤਾ। ਕੋਈ ਕ੍ਰਿਸ਼ਨ ਬਣ ਗਿਆ, ਕੋਈ ਗੋਪੀਆਂ ਬਣ ਗਈਆਂ। ਤੇ ਮਹਾਰਾਜ ਜੀ ਨੇ ਤੱਕਿਆ ਕਿ ਬਾਰੀ ਦਾ ਭੇਖ ਇਹਨਾਂ ਨੇ ਧਾਰਨ ਕਰ ਲਿਆ, ਲੇਕਿਨ ਅੰਦਰ ਖਾਤੇ ਸਾਰੇ ਵਿਵਚਾਰ ਕਰਦੇ ਸਨ। ਬੱਚੀਆਂ ਨੂੰ ਛੇੜਨਾ ਹੈ, ਉਹਨਾਂ ਦੇ ਨਾਲ ਡਾਂਡੀਆਂ ਖੇਲਣੀਆਂ, ਉਹਨਾਂ ਦੇ ਨਾਲ ਗਲਤ ਹਰਕਤਾਂ ਕਰਨੀਆਂ। ਕੰਮ ਜਿਹੜਾ ਲੋਕਾਂ ਨੂੰ ਕਹਿਣਾ ਜੀ ਅਸੀਂ ਤਾਂ ਧਾਰਮਿਕ ਕੰਮ ਕਰ ਰਹੇ ਹਾਂ, ਲੇਕਿਨ ਧਾਰਮਿਕ ਕੰਮ ਦੇ ਪਿੱਛੇ ਪਿਆਰਿਓ ਸਭ ਤੋਂ ਜ਼ਿਆਦਾ ਕਈ ਲੋਕ ਅਧਰਮ ਕਮਾਉਂਦੇ ਹਨ। ਅੱਜ ਵੀ ਆਪਾਂ ਵੇਖਦੇ ਹਾਂ, ਜ਼ਿਆਦਾ ਕਰਕੇ ਹਿੰਦੂ ਮਤ ਦੇ ਵਿੱਚ, ਜਦੋਂ ਗਣਪਤੀ ਦਾ ਉਹ ਦਿਨ ਆਉਂਦੇ ਤੇ ਨਾਲ ਜਦੋਂ ਦੁਰਗਾਸ਼ਟਮੀ ਦੇ ਜਦੋਂ ਦਿਨ ਆਉਂਦੇ ਹਨ, ਕੁਛ ਤਰ੍ਹਾਂ ਤਰ੍ਹਾਂ ਦੇ ਗੀਤ ਹੁੰਦੇ, ਉਹ ਨੱਚਣਾ ਹੁੰਦਾ, ਡੰਡੀਆਂ ਲੈ ਕਰਕੇ ਨੱਚਦੇ ਖੇਡਦੇ, ਕੁਛ ਨਹੀਂ ਹੁੰਦਾ ਪਿਆਰਿਓ, ਸਿਰਫ ਬਾਰੀ ਤੌਰ ਤੇ ਬੱਚਿਆਂ ਨੂੰ ਵੀ ਆਪਾਂ ਕਹਿ ਦਿੰਦੇ ਆ, ਚੱਲ ਭਾਈ ਤੂੰ ਚੱਲ ਜਾ, ਤੇ ਆਪਸ ਦੇ ਵਿੱਚ ਮਿਲ ਕਰਕੇ ਜੇ ਕੋਈ ਪਿਆਰਿਓ ਪਰਾਇਆ ਮਰਦ ਵੇਖ ਲਵੇ, ਉਹਦਾ ਹੱਥ ਵੀ ਲੱਗ ਜਾਵੇ ਸਾਡੀ ਬੱਚੀ ਦੇ ਨਾਲ, ਆਪਾਂ ਕਿੰਨਾ ਬੁਰਾ ਮਨਾਉਂਦੇ ਆ। ਲੇਕਿਨ ਉਹੀ ਇਹ ਧਾਰਮਿਕ ਆਯੋਜਨਾ ਦੇ ਵਿੱਚ, ਇਹਨਾਂ ਕਰਮ ਕਾਂਡਾਂ ਦੇ ਵਿੱਚ ਲੋਕੀ ਕੀ ਕਰਦੇ, ਆਪਣੀਆਂ ਬੱਚੀਆਂ ਨੂੰ ਆਪ ਛੱਡ ਕੇ ਆਉਂਦੇ। ਫਿਰ ਪਰਾਏ ਮਰਦ ਜਿਹੜੇ ਹਨ, ਕਈ ਤਾਂ ਪਿਆਰਿਓ ਇਸੇ ਹੀ ਵਾਸਤੇ, ਕੁੜੀਆਂ ਨੂੰ ਛੇੜਨ ਦੇ ਵਾਸਤੇ, ਬਦ ਫੈਲੀਆਂ ਕਰਨ ਵਾਸਤੇ, ਵਿਸ਼ੇ ਵਿਕਾਰ ਕਮਾਉਣ ਦੇ ਵਾਸਤੇ ਉਹਦੇ ਵਿੱਚ ਸ਼ਾਮਲ ਹੋ ਜਾਂਦੇ ਹਨ। ਬਾਹਰੀ ਤੌਰ ਤੇ ਤਾਂ ਕਹਿਣਾ ਜੀ ਇਹ ਧਾਰਮਿਕ ਆਯੋਜਨ ਹੈ, ਧਾਰਮਿਕ, ਲੇਕਿਨ ਅੰਦਰ ਖਾਤੇ ਜਦੋਂ ਤੱਕਦੇ ਆ ਪਿਆਰਿਓ, ਉੱਥੇ ਮੰਦ ਕਰਮ ਭਗਦਾ, ਉੱਥੇ ਗਲਤ ਕੰਮ ਹੁੰਦਾ, ਵਿਵਚਾਰ ਹੁੰਦਾ। ਸਭ ਤੋਂ ਜ਼ਿਆਦਾ ਨਸ਼ਾ ਇਹਨਾਂ ਦਿਨਾਂ ਦੇ ਵਿੱਚ ਲੋਕੀ ਇਹ ਕਰਦੇ ਹਨ। ਸਭ ਤੋਂ ਜ਼ਿਆਦਾ ਜੂਆ ਉਹਨਾਂ ਧਾਰਮਿਕ ਦਿਨਾਂ ਦੇ ਵਿੱਚ ਖੇਡਿਆ ਜਾਂਦਾ। ਸਭ ਤੋਂ ਜ਼ਿਆਦਾ ਵਿਵਚਾਰ ਵੀ ਉਹਨਾਂ ਦਿਨਾਂ ਦੇ ਵਿੱਚ ਹੁੰਦਾ। ਤੇ ਸਤਿਗੁਰੂ ਮਹਾਰਾਜ ਜੀ ਨੇ ਇਹਦਾ ਖੰਡਨ ਕੀਤਾ। ਲਾਇਨ ਫੇਰਨ ਸਿਰ ਉੱਡ ਉੱਡ ਰਾਵਾ, ਝਾਟੈ ਪਾਏ ਵੇਖੈ ਲੋਗ ਹੱਸੈ ਘਰ ਜਾਏ। ਰੋਟੀਆਂ ਕਾਰਨ ਪੂਰਹਿ ਤਾਲ, ਆਪ ਪਛਾੜੈ ਧਰਤੀ ਨਾਲ। ਗਾਵਨ ਗੋਪੀਆਂ ਗਾਵਨ ਕਾਨ, ਗਾਵਨ ਸੀਤਾ ਰਾਜੇ ਨਾਮ। ਨਿਰਭਉ ਨਿਰੰਕਾਰ ਸਜਨਾਮ, ਜਾਕਾ ਕੀਆ ਸਗਲ ਜਹਾਨ। ਸੇਵਕ ਸੇਵੈ ਕਰਮ ਚੜਾਓ, ਭਿੰਨੀ ਰੈਣ ਜਿਨਾ ਮਨ ਪਾਓ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਕੋਲੂ ਚਰਖਾ ਚੱਕੀ ਚੱਕ, ਥਲਵਾ ਰੋਲੇ ਬਹੁਤ ਅਨੰਤ। ਲਾਟੂ ਮਾਧਾਣੀਆਂ ਅਨਗਾ, ਪੰਖੀ ਪਾਉਂਦਿਆਂ ਲੈਣ ਨਾ ਸਾਬ। ਸੂਐ ਚਾਰ ਭਵਾਈਐ ਜੰਤ, ਨਾਨਕ ਪਾਉਂਦਿਆਂ ਗਣਤ ਨਾ ਅੰਤ। ਸਤਿਗੁਰੂ ਮਹਾਰਾਜ ਜੀ ਨੇ ਇਹ ਬਚਨ ਉਚਾਰਨ ਕਰਕੇ ਉਹਨਾਂ ਨੂੰ ਸਿੱਖਿਆ ਦਿੱਤੀ ਹੈ। ਉਹਨਾਂ ਧਰਮਾਂ ਦੇ ਵਿੱਚ ਜਦੋਂ ਗਲਤ ਆ ਗਿਆ, ਬਦਫੈਲੀਆਂ ਆ ਗਈਆਂ, ਧਰਮ ਦੇ ਨਾਮ ਦੇ ਹੇਠ ਜਦੋਂ ਕੁਕਰਮ ਕਰਦੇ ਸਨ, ਮਹਾਰਾਜ ਜੀ ਨੇ ਜੋ ਕੁਕਰਮ ਕਰਦੇ ਉਹਦਾ ਤਿਆਗ ਕਰਾਉਣਾ ਕੀਤਾ। ਉਹਦੇ ਬਾਬਤ ਸਤਿਗੁਰੂ ਮਹਾਰਾਜ ਜੀ ਨੇ ਗਿਆਨ ਦਾ ਉਪਦੇਸ਼ ਦਿੱਤਾ ਸੀ। ਹੈ ਤਮਾਸ਼ੋ ਬਹੁ ਨਰ ਨਾਰੇ। ਤੇ ਬਹੁਤ ਸਾਰੇ ਮਨੁੱਖ ਜਿਹੜੇ ਸਤਿਗੁਰੂ ਮਹਾਰਾਜ, ਦੇਖੋ ਕਿਹੋ ਜਿਹਾ ਨਜ਼ਾਰਾ ਹੋਵੇਗਾ। ਸਤਿਗੁਰੂ ਮਹਾਰਾਜ ਜੀ ਦਾ ਆਸਣ ਲੱਗਿਆ ਹੋਇਆ ਹੈ, ਸਤਿਗੁਰੂ ਮਹਾਰਾਜ ਬੈਠੇ ਹੋਏ ਹਨ। ਭਗਤੀਏ ਜਿਹੜੇ ਹਨ, ਕੀਰਤਨੀਏ, ਉਹਨਾਂ ਨੇ ਆ ਕਰਕੇ ਕੀਰਤਨ ਕਰਨਾ ਕੀਤਾ। ਤੇ ਫਿਰ ਬਹੁਤ ਸਾਰੀ ਪਬਲਿਕ ਜੋ ਹੈ, ਆਮ ਲੋਕ,
ਉਹ ਆ ਕਰਕੇ ਮਹਾਰਾਜ ਜੀ ਦੇ ਦਰਸ਼ਨ ਕਰ ਰਹੇ ਹਨ, ਕੋਈ ਕੀਰਤਨ ਸਰਵਣ ਕਰ ਰਿਹਾ ਹੈ। ਆਦਿਕ ਭੇਰ ਪਰ ਰਹੇ ਚੁਫੇਰੇ, ਬਹੁਤ ਚੁਫੇਰੇ ਸਤਿਗੁਰੂ ਮਹਾਰਾਜ ਜੀ ਦੇ ਇਰਦ ਗਿਰਦ ਚੁਫੇਰੇ ਬਹੁਤ ਜ਼ਿਆਦੀ ਭੀੜ ਲੱਗ ਗਈ। ਹਰੇ ਹੋਨ ਕੋ ਥਾਉ ਨਾ ਹੇਰੇ, ਕਵੀ ਰਾਜ ਜੀ ਦੱਸਦੇ ਕਿ ਭਾਈ ਉੱਠੇ ਬੈਠਣ ਦੀ ਤਾਂ ਕੀ ਗੱਲ ਦੱਸਣਾ ਕਰੀਏ, ਖੜੇ ਹੋਣ ਵਾਸਤੇ ਵੀ ਤੁਹਾਨੂੰ ਥਾਂ ਨਹੀਂ ਲੱਭੇਗੀ। ਭਾਵ ਕਿ ਇੰਨੀ ਜ਼ਿਆਦੀ ਭੀੜ ਲੱਗ ਗਈ ਹੈ ਮਹਾਰਾਜ ਜੀ ਦੇ ਹਜ਼ੂਰੀ ਦੇ ਵਿੱਚ। ਲక్ష్ਮੀ ਬਰਖ ਰਹੇ ਤਹ ਭਾਰੇ, ਬਹੁਤ ਸਾਰੇ ਲੋਕ ਜਿਹੜੇ ਹਨ, ਜਦੋਂ ਉਥੇ ਕੀਰਤਨ ਚੱਲ ਰਿਹਾ ਸੀ, ਅੱਜ ਵੀ ਆਪਾਂ ਵੇਖਦੇ ਹਾਂ ਜਦੋਂ ਕੀਰਤਨ ਹੁੰਦਾ ਗੁਰੂ ਘਰਾਂ ਦੇ ਵਿੱਚ, ਤੇ ਫਿਰ ਆਪਾਂ ਲਿਆ ਕਰਕੇ ਮਾਇਆ ਕੀਰਤਨੀਆਂ ਨੂੰ ਸ਼ਬਦ ਭੇਟ ਮਾਇਆ ਦਿੰਦੇ ਹਾਂ। ਇਸ ਤਰ੍ਹਾਂ ਬਹੁਤ ਸਾਰੇ ਆਮ ਲੋਕ ਉਹ ਵਿਚਾਰੇ ਮਹਾਰਾਜ ਜੀ ਨੂੰ ਵੀ ਮੱਥਾ ਟੇਕ ਰਹੇ ਤੇ ਮਾਇਆ ਲਿਆ ਕਰਕੇ ਉਹ ਭਗਤੀਏ ਜਿਹੜੇ ਹਨ ਕੀਰਤਨੀਏ, ਉਹਨਾਂ ਦੇ ਅੱਗੇ ਇੱਕ ਲੋਟਾ ਰੱਖਿਆ ਹੋਇਆ ਸੀ ਵੱਡਾ, ਤੇ ਉਹਦੇ ਵਿੱਚ ਉਹਨਾਂ ਇਹ ਮਾਇਆ ਪਾਈ ਜਾ ਰਹੇ। ਸਰਬ ਦੇਤਾ ਕਰ ਚਿਤ ਉਦਾਰੇ, ਸਾਰੇ ਉਦਾਰ ਹੋ ਕਰਕੇ ਖੁੱਲ ਦਿਲੀ ਦੇ ਨਾਲ, ਕਿਉਂਕਿ ਕੀਰਤਨ ਤੇ ਕਥਾ ਵੀ ਪਿਆਰਿਓ ਇੱਕ ਇਸ ਤਰ੍ਹਾਂ ਦਾ ਇਹ ਗੁਣ ਹੈ। ਕਈ ਵਾਰੀ ਜਿਹੜਾ ਕੋਈ ਕੀਰਤਨੀਆ ਜਿਹੜਾ ਹੈ ਬਹੁਤ ਵਧੀਆ ਜਦੋਂ ਸਰੂਰ ਦੇ ਵਿੱਚ ਕੀਰਤਨ ਕਰਦਾ, ਤੇ ਕਈ ਜਿਹੜੇ ਸ਼ਰਧਾਲੂ ਜਿਹੜੇ ਹਨ ਜਿਨ੍ਹਾਂ ਨੂੰ ਬੜਾ ਆਨੰਦ ਆਉਂਦਾ, ਉਹ ਕੀ ਕਰਦੇ, ਖੁਸ਼ ਹੋ ਕਰਕੇ ਆਪ ਸ਼ਬਦ ਭੇਟ ਮਾਇਆ ਜਿਹੜੀ ਹੈ ਜਾ ਕਰਕੇ ਕੀਰਤਨੀਏ ਨੂੰ ਅਰਦਾਸਾ ਕਰਦੇ, ਉਹ ਮਾਇਆ ਦੇ ਦਿੰਦੇ ਤੇ ਕਹਿ ਦਿੰਦੇ ਰਾਗੀ ਸਿੰਘ ਜੀ ਬਹੁਤ ਵਧੀਆ ਕੀਰਤਨ ਕੀਤਾ। ਕਈ ਵਾਰੀ ਪਿਆਰਿਓ ਕਥਾ ਦੇ ਨਾਲ ਵੀ ਹੁੰਦਾ, ਜਦੋਂ ਕਥਾ ਕਈਆਂ ਨੂੰ ਬਹੁਤ ਵਧੀਆ ਲੱਗਦੀ ਹੈ, ਜਦੋਂ ਕਈਆਂ ਨੂੰ ਆਨੰਦ ਆਉਂਦਾ, ਉਹ ਇੰਨਾ ਗਦਗਦ ਹੋ ਜਾਂਦੇ ਹੌਸਲਾ ਅਫਜ਼ਾਈ ਕਰਨ ਵਾਸਤੇ, ਤੇ ਫਿਰ ਸੇਵਾ ਕਰਨ ਵਾਸਤੇ ਕਥਾਵਾਚਕ ਸਾਡੇ ਵਰਗਿਆਂ ਨੂੰ ਲਿਆ ਕਰਕੇ ਮਾਇਆ ਦੇ ਦਿੰਦੇ ਤੇ ਨਾਲ ਕਹਿ ਵੀ ਦਿੰਦੇ ਕਿ ਅੱਜ ਜੀ ਬੜਾ ਆਨੰਦ ਆਇਆ। ਇਸ ਤਰ੍ਹਾਂ ਜਦੋਂ ਉਹਨਾਂ ਨੇ ਸਰੂਰ ਦੇ ਵਿੱਚ ਕੀਰਤਨ ਕਰਨਾ ਕੀਤਾ, ਬਹੁਤ ਸਾਰੇ ਲੋਕ ਬੜੀ ਉਦਾਰ ਚਿੱਤ ਦੇ ਨਾਲ, ਉਦਾਰ ਦਾ ਮਤਲਬ ਜਿਹਦੇ ਮਨ ਵਿੱਚ ਸੀ ਕਿ ਭਾਈ ਮੈਂ 1 ਟਕਾ ਚੜਾਵਾਂ, ਉਹਨੇ ਜਾ ਕਰਕੇ 5 ਟਕਾ ਮਾਇਆ ਜੋ ਹੈ ਭੇਟ ਕਰਨੀ ਕੀਤੀ। ਅਸ ਮਹਿਮਾ ਕੋ ਪੇਖ ਖੁਨ ਸਾਏ, ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦੇ ਦਰ ਤੇ ਪਿਆਰਿਓ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਬਹੁਤ ਜ਼ਿਆਦੀ ਜਦੋਂ ਸਤਿਗੁਰੂ ਮਹਾਰਾਜ ਜੀ ਦੀ ਤੇ ਉਹਨਾਂ ਕੀਰਤਨੀਆਂ ਦੀ ਮਹਿਮਾ ਹੋ ਰਹੀ ਹੈ, ਉਹਨੂੰ ਵੇਖ ਕਰਕੇ ਜਿਹੜੇ ਸਿੱਧ ਹਨ ਉਹ ਉਹਨਾਂ ਨੇ ਖੁੰਨ ਸਿਖਾਉਣੀ ਕੀਤੀ। ਜਰੇ ਨਾ ਜਾਏ ਜਰੇ ਪਛਤਾਏ, ਇਹ ਮਹਾਰਾਜ ਜੀ ਦੀ ਵਡਿਆਈ, ਉਹ ਕੀਰਤਨ ਇਹਨਾਂ ਤੋਂ ਜਰਿਆ ਨਹੀਂ ਗਿਆ ਤੇ ਨਾਲ ਇਹ ਸੜ ਗਏ ਹਨ, ਜਲ ਬਲ ਗਏ। ਭਾਵਕ ਜਿਸ ਪ੍ਰਕਾਰ ਘਿਰਤ ਪਰਸੇ, ਇਸ ਤਰ੍ਹਾਂ ਕੇ ਕਵੀ ਰਾਜ ਜੀ ਨੇ ਇੱਕ ਪ੍ਰਮਾਣ ਦਿੱਤਾ ਕਿ ਅੱਗ ਮੱਚਦੀ ਹੋਵੇ, ਬਲਦੀ ਹੋਈ ਅੱਗ, ਉਹਨੂੰ ਬੁਝਾਉਣ ਦੇ ਵਾਸਤੇ ਘਿਓ ਪਾ ਦਿਓ। ਇਹ ਸਨ ਸਤਿਗੁਰੂ ਮਹਾਰਾਜ ਜੀ ਦੇ ਨਾਲ ਝਗੜਾ ਕਰਨ ਵਾਸਤੇ ਆ ਰਹੇ ਸਨ, ਲੇਕਿਨ ਅੱਗੋਂ ਜਦੋਂ ਤੱਕਿਆ ਕਿ ਮਹਾਰਾਜ ਜੀ ਦੀ ਤਾਂ ਭਾਈ ਬੜੀ ਵਡਿਆਈ ਹੋ ਰਹੀ ਹੈ, ਮਹਾਰਾਜ ਜੀ ਦੇ ਦਰ ਤੇ ਭਗਤੀਏ ਕੀਰਤਨ ਕਰ ਰਹੇ ਹਨ, ਸੰਗਤਾਂ ਵਾਰੀ ਵਾਰੀ ਆ ਕਰਕੇ ਮੱਥਾ ਟੇਕ ਰਹੀਆਂ, ਇਹ ਵਡਿਆਈ ਵੇਖ ਕਰਕੇ ਸੜ ਬੜ ਗਏ। ਸਿਧਾਨ ਰੇਸ ਬਿਰਧੀ ਤਬ ਸਰਸੇ, ਤਾਂ ਪਿਆਰਿਓ ਸਾਰੇ ਸਿੱਧ ਜਿਹੜੇ ਹਨ ਇਹਨਾਂ ਦੇ ਅੰਦਰ ਬਹੁਤ ਜ਼ਿਆਦਾ ਕ੍ਰੋਧ ਜਿਹੜਾ ਭਾਵਕ ਕਰਕੇ ਉੱਠਿਆ। ਇਹੀ ਤਾਂ ਪਿਆਰਿਓ ਜੋ ਈਰਖਾਲੂ ਬੰਦੇ ਹੁੰਦੇ ਨਾ, ਉਹਨਾਂ ਦੀ ਇਹ ਫਿਤਰਤ ਹੀ ਹੁੰਦੀ ਹੈ। ਅੱਜ ਜਿਹੜਾ ਦੌਰ ਚੱਲ ਰਿਹਾ ਨਾ, ਇਹ ਮਹਾਮਾਰੀ ਦਾ ਦੌਰ ਚੱਲ ਰਿਹਾ। ਅੱਜ ਆਪਨੇ ਵੇਖਿਆ ਹੋਵੇਗਾ ਪਿਆਰਿਓ, ਸਾਰੀ ਦੁਨੀਆ, ਸਿਰਫ ਸਾਡੇ ਹਜੂਰ ਸਾਹਿਬ ਦੀ ਗੱਲ ਨਹੀਂ ਹੈ, ਜਾਂ ਸਿਰਫ ਇੰਡੀਆ ਦੀ ਗੱਲ, ਭਾਰਤ ਦੀ ਗੱਲ ਨਹੀਂ ਹੈ, ਸਾਰੀ ਦੁਨੀਆ ਦੇ ਵਿੱਚ ਖਾਲਸੇ ਦਾ ਡੰਕਾ ਵੱਜ ਗਿਆ। ਸਾਰਿਆਂ ਨੇ ਕਹਿ ਦਿੱਤਾ, ਵੱਡੇ ਵੱਡੇ ਅਮਰੀਕਾ ਦੇ ਰਾਸ਼ਟਰਪਤੀ ਵਰਗਿਆਂ ਨੇ, ਔਰ ਵੀ ਵੱਡੇ ਵੱਡੇ ਮੁਲਕਵਾਨਾਂ ਨੇ, ਉਹਨਾਂ ਨੇ ਹੱਥ ਜੋੜ ਕਰਕੇ ਕਹਿ ਦਿੱਤਾ ਕਿ ਭਾਈ ਅੱਜ ਪਤਾ ਚਲਿਆ ਕਿ ਗੁਰੂ ਕਾ ਖਾਲਸਾ ਕੀ ਹੁੰਦਾ। ਕਈ ਤਾਂ ਪਿਆਰਿਓ ਉੱਚ ਅਧਿਕਾਰੀ ਮੰਤਰੀਆਂ ਨੇ ਵਿਦੇਸ਼ਾਂ ਦੇ, ਉਹਨਾਂ ਨੇ ਇੱਕ ਪ੍ਰਸਤਾਵ ਪਾਰਿਤ ਕੀਤਾ। ਉਹਨਾਂ ਨੇ ਕਿਹਾ ਆਪਣੀ ਸੈਨੇਟ ਦੇ ਵਿੱਚ ਕਿ ਹਰ ਇੱਕ ਸ਼ਹਿਰ ਦੇ ਵਿੱਚ ਭਾਈ ਗੁਰੂ ਘਰ ਹੋਣਾ ਚਾਹੀਦਾ, ਕਿਉਂਕਿ ਇਸ ਮਹਾਮਾਰੀ ਵਿਪਤਾ ਦੇ ਦੌਰ ਦੇ ਵਿੱਚ ਜਿੱਥੇ ਵੱਡੇ ਵੱਡੇ ਗਿਰਜਾ ਘਰ, ਮਸੀਤ, ਮੰਦਰਾਂ ਨੂੰ ਤਾਲੇ ਲੱਗ ਗਏ, ਉਹ ਮਦਦ ਕਰ ਸਕਦੇ ਸਨ। ਮਾਇਆ ਇੰਨੀ ਜ਼ਿਆਦੀ ਸੀ, ਸਾਰੇ ਛੁਪ ਗਏ ਤੇ ਉਹ ਆਪ ਫੰਡਿੰਗ ਦੀ ਉਡੀਕ ਕਰ ਰਹੇ ਕਿ ਭਾਈ ਸਾਨੂੰ ਮਾਇਆ ਦਿਓ, ਮਾਇਆ ਦਿਓ। ਲੇਕਿਨ ਗੁਰੂ ਕੇ ਸਿੱਖ ਗੁਰਦੁਆਰਿਆਂ ਨੇ
ਖੁੱਲ੍ਹ ਦਿਲੀ ਦੇ ਨਾਲ ਆਮ ਪਬਲਿਕ ਦੀ, ਆਮ ਲੋਕਾਂ ਦੀ ਸੇਵਾ ਕਰਨੀ ਕੀਤੀ ਹੈ। ਲੱਖਾਂ ਦੀ ਤਾਦਾਦ ਦੇ ਵਿੱਚ ਉਹਨਾਂ ਨੂੰ ਲੰਗਰ ਛਕਾਇਆ। ਬਹੁਤ ਵੱਡਾ ਇਹਨਾਂ ਨੇ ਬਿਪਤਾ ਦੇ ਵਿੱਚ ਖਾਲਸੇ ਨੇ ਯੋਗਦਾਨ ਦਿੱਤਾ। ਕਈ ਪਿਆਰਿਓ ਪੁਲਿਸ ਵਾਲਿਆਂ ਨੇ, ਫੌਜੀਆਂ ਨੇ ਗੋਡ ਆਫ ਆਨਰ ਜਿਹੜੇ ਤਰ੍ਹਾਂ ਬੜੀ 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 ਸੱਚ ਜਾਣੋ ਪਿਆਰਿਓ, ਜਦੋਂ ਵਡੀ ਵੀ ਹੁੰਦੀ ਹੈ, ਜੋ ਸਚਿਆਰ ਹੁੰਦੇ ਹਨ, ਸੱਚੇ ਹੁੰਦੇ ਹਨ, ਉਹ ਵਡਿਆਈ ਨੂੰ ਵੇਖ ਕਰਕੇ ਖੁਸ਼ ਹੁੰਦੇ। ਇਹੀ ਤਾਂ ਪਿਆਰਿਓ ਵਡਿਆਂ ਦੀ ਵਡਿਆਈ ਹੁੰਦੀ ਹੈ। ਇਹਦੇ ਨਾਲ ਲੱਗਦਾ ਕਿ ਕੌਣ ਬੰਦਾ, ਉਹਦੀ ਮਨ ਦੀ ਕੀ ਅਵਸਥਾ ਹੈ। ਕਈ ਇਹਦੇ ਵਿੱਚ ਬਹੁਤ ਉਹਨਾਂ ਦਾ ਨਜ਼ਰੀਆ ਸਿੱਖਾਂ ਦੇ ਪ੍ਰਤੀ ਜਿਹੜਾ ਬਿਲਕੁਲ ਬਦਲ ਗਿਆ। ਜੋ ਕਹਿੰਦੇ ਸੀ ਨਾ ਕਿ ਭਾਈ ਖਾਲਸਾ ਜਰਾਇਮ ਪੇਸ਼ਾ ਕੌਮ ਹੈ, ਇਹ ਖਾਲਸੇ ਬੜੇ ਸਖਤ ਹਨ, ਅੱਤਵਾਦੀ ਹਨ। ਉਹਨਾਂ ਨੂੰ ਪਤਾ ਚੱਲ ਗਿਆ ਨਹੀਂ ਭਾਈ, ਗੁਰੂ ਕਾ ਖਾਲਸਾ ਇਹ ਪੰਥ ਪ੍ਰੇਮੀ ਹੈ, ਇਹ ਦੇਸ਼ ਪ੍ਰੇਮੀ ਹੈ, ਇਹ ਸਾਰੀ ਸ੍ਰਿਸ਼ਟੀ ਦੇ ਨਾਲ, ਸਾਰੀ ਲੁਕਾਈ ਦੇ ਨਾਲ ਪ੍ਰੇਮ ਕਰਨ ਵਾਲਾ। ਉਹਨਾਂ ਦੀ ਭਾਵਨਾ ਬਦਲ ਗਈ। ਲੇਕਿਨ ਜਿਹੜੇ ਤੁਜ਼ਬ ਦੇ ਵਿੱਚ ਭਰੇ ਹੋਏ ਲੋਕ, ਈਰਖਾਲੂ ਲੋਕਾਂ ਨੇ ਪਿਆਰਿਓ, ਜਦੋਂ ਖਾਲਸੇ ਦੀ ਚੜ੍ਹਦੀ ਕਲਾ ਹੋਈ ਹੈ, ਇੰਨਾ ਜੈ ਜੈਕਾਰਾ ਹੋ ਗਿਆ ਖਾਲਸੇ ਦਾ, ਉਹਨਾਂ ਨੂੰ ਅੱਗ ਲੱਗ ਗਈ, ਉਹਨਾਂ ਨੂੰ ਭਾਂਬੜ ਮੱਚ ਗਈ। ਸੱਤੀ ਕਪੜੀ ਉਹ ਸੜ ਗਏ ਹਨ ਤੇ ਉਹਨਾਂ ਨੇ ਗੁਰੂ ਘਰ ਦੇ ਨਾਲ ਵੈਰ ਕਰਨਾ ਕੀਤਾ। ਅੱਜ ਆਪਾਂ ਉਹ ਹਾਲਾਤ ਵੀ ਤੱਕ ਰਹੇ ਹਾਂ। ਇੰਨੀ ਸੇਵਾ ਕਰਨ ਦੇ ਬਾਵਜੂਦ ਪਿਆਰਿਓ, ਜੋ ਖਾਲਸੇ ਦਾ ਸਨਮਾਨ ਹੋਣਾ ਚਾਹੀਦਾ ਸੀ। ਸਾਡੇ ਸ਼ਹਿਰ ਦੀ ਆਪਾਂ ਗੱਲ ਕਰ ਲਈਏ, ਕਿੰਨਾ ਜ਼ਿਆਦਾ ਖਾਲਸੇ ਨੇ ਇਹ ਕੀਤਾ। ਗੁਰਦੁਆਰਾ ਸਾਹਿਬ ਨੇ, ਤਖਤ ਸਾਹਿਬ ਨੇ, ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ, ਮਾਤਾ ਸਾਹਿਬ ਵਾਲੇ ਮਹਾਂਪੁਰਖਾਂ ਨੇ, ਸਾਰੇ ਗੁਰੂ ਘਰਾਂ ਨੇ, ਤੇ ਜਿੱਥੇ ਜਿੱਥੇ ਗੁਰੂ ਕੇ ਸਿੱਖ ਵੀ ਰਹਿੰਦੇ ਸਨ, ਉਹਨਾਂ ਨੇ ਖੁੱਲ੍ਹ ਦਿਲੀ ਦੇ ਨਾਲ ਯਥਾ ਸ਼ਕਤ ਆਮ ਸੰਗਤ ਦੀ ਸੇਵਾ ਕਰਨੀ ਕੀਤੀ। ਉਹਨਾਂ ਨੂੰ ਇਨਾਮ ਦੇਣਾ ਤਾਂ ਇੱਕ ਪਾਸੇ ਰਹਿ ਗਿਆ, ਉਹਨਾਂ ਦਾ ਜਸ ਕਰਨਾ ਇੱਕ ਪਾਸੇ ਰਹਿ ਗਿਆ। ਪਿਆਰਿਓ, ਲੋਕ ਈਰਖਾ ਦੇ ਵਿੱਚ ਸੜ ਗਏ। ਉਹਨਾਂ ਨੂੰ ਲੱਗਿਆ ਕਿ ਇਸ ਤਰ੍ਹਾਂ ਹੀ ਹੋਵੇਗਾ ਤੇ ਖਾਲਸੇ ਦੀ ਵਡਿਆਈ ਬਹੁਤ ਜ਼ਿਆਦੀ ਹੋ ਜਾਵੇਗੀ। ਜੇ ਇਹਨਾਂ ਦੀ ਵਡਿਆਈ ਵੱਧ ਗਈ, ਆਮ ਸਾਰੀ ਪਬਲਿਕ, ਆਮ ਲੋਕ ਇਹਨਾਂ ਦੇ ਕੋਲ ਆ ਜਾਣਗੇ, ਇਹਨਾਂ ਦਾ ਵਾਧਾ ਹੋ ਜਾਵੇਗਾ। ਇਸ ਕਰਕੇ ਪਿਆਰਿਓ, ਜਦੋਂ ਵਡਿਆਈ ਹੁੰਦੀ, ਤੁਸੀਂ ਚੰਗਾ ਕੰਮ ਕਰਨਾ ਕਰੋ। 4 ਬੰਦੇ ਤੁਹਾਡੀ ਤਾਰੀਫ ਕਰਨ ਵਾਲੇ ਹੁੰਦੇ ਹਨ ਤੇ 40 ਬੰਦੇ ਤੁਹਾਡੀ ਨਿੰਦਿਆ ਕਰਨ ਵਾਲੇ ਵੀ ਹੁੰਦੇ। ਲੇਕਿਨ ਖਾਲਸੇ ਨੂੰ, ਗੁਰੂ ਕੇ ਸਿੱਖ ਨੂੰ ਨਿੰਦਕਾਂ ਦੇ ਵੱਲ ਵੇਖ ਕਰਕੇ ਆਪਣਾ ਧਰਮ ਨਹੀਂ ਛੱਡਣਾ ਚਾਹੀਦਾ। ਉਹ ਤਾਂ ਨਿੰਦਕ ਹਨ, ਉਹਨਾਂ ਦਾ ਤਾਂ ਕੰਮ ਹੀ ਹੈ ਭੌਂਕਣਾ, ਉਹ ਤੇ ਭੌਂਕੀ ਜਾਣਾ। ਉਹਨਾਂ ਨੇ ਸਖਤੀ ਕਰੀ ਜਾਣੀ ਹੈ, ਲੇਕਿਨ ਉਹਨਾਂ ਦੇ ਆਖੇ ਲੱਗ ਕਰਕੇ ਆਪਣਾ ਧਰਮ, ਜੋ ਮਹਾਰਾਜ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ, ਉਹਦਾ ਤਿਆਗ ਨਹੀਂ ਕਰਨਾ ਚਾਹੀਦਾ। ਹੌਸਲੇ ਬੁਲੰਦ ਰੱਖਣੇ ਚਾਹੀਦੇ। ਭਾਵੇਂ ਜੋ ਮਰਜੀ ਇਹ ਸਖਤੀ ਕਰ ਲੈਣ, ਲੇਕਿਨ ਖਾਲਸੇ ਨੂੰ ਚੜ੍ਹਦੀ ਕਲਾ ਦੇ ਵਿੱਚ ਸਿੱਖਾਂ ਦੀ, ਗੁਰੂ ਕੇ ਸੇਵਕਾਂ ਦੀ, ਤੇ ਜਿਹੜੇ ਗੁਰੂ ਕੀ ਸ਼ਰਨ ਵਿੱਚ ਆ ਜਾਂਦੇ, ਭਾਵੇਂ ਉਹ ਹਿੰਦੂ ਹਨ, ਭਾਵੇਂ ਉਹ ਮੁਸਲਮਾਨ, ਜੋ ਮਰਜੀ ਉਹਨਾਂ ਦੀ ਜਾਤ ਦੇ ਨਾਲ ਸੰਬੰਧ ਹੋਵੇ, ਜਿਹੜਾ ਵੀ ਆ ਜਾਵੇ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਇਹੀ ਤਾਂ ਮਹਾਰਾਜ ਜੀ ਨੇ ਸਾਨੂੰ ਬਚਨ ਕੀਤਾ ਕਿ ਜੋ ਵੀ ਸ਼ਰਨ ਵਿੱਚ ਆ ਜਾਏ, ਜੋ ਵੀ ਲੋੜਵੰਦ ਗੁਰੂ ਘਰ ਦੇ ਵਿੱਚ ਆ ਜਾਵੇ, ਜੋ ਵੀ ਲੋੜਵੰਦ ਗੁਰੂ ਕੇ ਸਿੱਖ ਦੇ ਕੋਲ ਚੱਲ ਜਾਵੇ, ਯਥਾ ਸ਼ਕਤ ਉਹਦੀ ਸੇਵਾ ਕਰਨੀ ਚਾਹੀਦੀ ਹੈ। ਭਾਵੇਂ ਇਹੋ ਜਿਹੇ ਲੋਕ ਜਿੰਨਾ ਮਰਜੀ ਨਿੰਦਿਆ ਕਰੀ ਜਾਣ, ਜਿੰਨਾ ਮਰਜੀ ਸਾਨੂੰ ਐ ਜਕੜਨ ਦੇ ਵਾਸਤੇ ਜਾਂ ਕਈ ਤਰ੍ਹਾਂ ਦੇ ਨਾਲ ਹੱਥਕੰਡੇ ਵਰਤ ਲੈਣ, ਲੇਕਿਨ ਖਾਲਸੇ ਨੂੰ ਚੜ੍ਹਦੀ ਕਲਾ ਵਿੱਚ ਰਹਿ ਕਰਕੇ ਆਪਣੇ ਧਰਮ ਦਾ ਪਰਿਚੈ ਦੇਣਾ ਚਾਹੀਦਾ। ਨਿਰਤਾਕ ਨਿਕਟ ਜੋ ਲੋਟਾ ਹੋਏ। ਜਦੋਂ ਇਹ ਸਿੱਧ ਸਤਿਗੁਰੂ ਮਹਾਰਾਜ ਜੀ ਦੇ ਕੋਲ ਪਹੁੰਚਦੇ ਹਨ, ਉਹਨਾਂ ਨੇ ਪਿਆਰਿਓ ਕੀ ਕਰਨਾ ਕੀਤਾ। ਜਿਹੜਾ ਰਾਸ ਧਾਰੀ ਸੀ ਨਾ, ਭਗਤੀਆ ਕੀਰਤਨ ਕਰਨ ਵਾਲਾ, ਉਹਦੇ ਅੱਗੇ ਇੱਕ ਮਾਇਆ ਦਾ ਲੋਟਾ ਜਿਹੜਾ ਰੱਖਿਆ ਹੋਇਆ ਸੀ, ਜਿਹਦੇ ਵਿੱਚ ਸੰਗਤਾਂ ਆ ਕਰਕੇ, ਜਿਹਨੂੰ ਆਪਾਂ ਆਮ ਸ਼ਬਦਾਂ ਦੇ ਵਿੱਚ ਗੋਲਕ ਕਹਿ ਦਿਓ, ਜਿਸ ਤਰ੍ਹਾਂ ਤਖਤ ਸਾਹਿਬ ਦੇ ਵਿੱਚ ਵੀ ਰਾਗੀ ਸਿੰਘਾਂ ਦੇ ਪਿਛਲੇ ਪਾਸੇ ਸਾਹਮਣੇ ਨਹੀਂ ਹੈ, ਪਿਛਲੇ ਪਾਸੇ ਜੋ ਹੈ ਗੋਲਕ ਰੱਖੀ ਹੈ, ਤੇ ਕੋਈ ਵੀ ਜੋ ਸ਼ਬਦ ਭੇਟ ਕਰਨਾ ਚਾਹੁੰਦਾ, ਰਾਗੀ ਸਿੰਘਾਂ ਨੂੰ ਭੇਟਾ ਅਰਪਣ ਕਰਨਾ ਚਾਹੁੰਦਾ, ਉਹ ਆਪਣੀ ਸ਼ਰਧਾ ਮੁਤਾਬਕ, ਕਿਹਨੂੰ ਪਿਆਰਿਓ ਜ਼ਬਰਦਸਤੀ ਨਹੀਂ ਹੁੰਦੀ ਹੈ ਗੁਰੂ ਘਰ ਦੇ ਵਿੱਚ। ਇਹ ਨਹੀਂ ਕਿਹਾ ਜਾਂਦਾ ਕਿ ਗੋਲਕ ਦੇ ਵਿੱਚ ਇੰਨੀ ਮਾਇਆ ਪਾਓ, ਰਾਗੀਆਂ ਨੂੰ ਇੰਨੀ ਮਾਇਆ ਦਿਓ।
ਇਹ ਪਿਆਰਿਓ ਤੁਹਾਡੀ ਸ਼ਰਧਾ ਹੈ। ਜੇ ਤੁਹਾਨੂੰ ਗੋਲਕ ਰੱਖੀ ਹੋਈ ਸੀ, ਲੋਟਾ ਰੱਖਿਆ ਹੋਇਆ, ਹੋ ਤੋ ਦਾਰਵ ਸੋ ਪੂਰਨ ਸੋਏ। ਲੋਕਾਂ ਨੇ ਮਾਇਆ ਪਾ ਪਾ ਕਰਕੇ ਉਹ ਗੋਲਕ ਨੂੰ, ਭਾਵ ਕਿ ਉਹ ਵੱਡੇ ਲੋਟੇ ਨੂੰ ਉਹਨਾਂ ਨੇ ਭਰ ਦਿੱਤਾ। ਭੰਗਰ ਨਾਥ ਗੋਪਦ ਤਬ ਹੋਇ ਕੈ। ਤਾਂ ਪਿਆਰਿਓ ਸ਼ਰਾਰਤ ਕਰਨ ਵਾਸਤੇ ਭੰਗਰਨਾਥ ਨੇ ਕੀ ਕਰਨਾ ਕੀਤਾ? ਜੋਗੀ ਸੀ, ਇਹਨੂੰ ਸਿੱਧਾਂ ਦਾ ਪਤਾ ਸੀ, ਸਿੱਧੀ ਦਾ ਪਤਾ ਸੀ। ਇਹਨੇ ਆਪਣੀ ਸਿੱਧੀ ਨੂੰ ਵਰਤ ਕਰਕੇ ਇੱਕਦਮ ਗੁਪਤ ਰੂਪ ਦੇ ਵਿੱਚ ਆ ਗਿਆ। ਕਹੂੰ ਦੁਰਾਇਓ ਲੋਟਾ ਲੈ ਕੇ। ਜਾ ਕਰਕੇ ਔਰ ਲੋਟਾ ਜਿਹੜਾ ਰਾਗੀਆਂ ਦੇ ਸਾਹਮਣੇ, ਭਗਤੀਆਂ ਦੇ ਸਾਹਮਣੇ ਲੋਟਾ ਰੱਖਿਆ ਹੋਇਆ ਨਾ, ਜਾ ਕਰਕੇ ਇਹਨੇ ਗੁਪਤ ਤੌਰ ਤੇ ਉਹ ਲੋਟੇ ਨੂੰ ਉਹਨੇ ਚੁਰਾ ਲਿਆ। ਭਾਵ ਕਿ ਕਰਾਮਾਤ ਦੇ ਨਾਲ ਉਹਨੇ ਉਹ ਲੋਟੇ ਨੂੰ ਗਾਇਬ ਕਰ ਲਿਆ। ਨਿਰਤਗ ਨਿਕਟ ਵੇਖਿਓ ਸੋ ਨਾਹੇ। ਜਦੋਂ ਉਹ ਰਾਸਧਾਰੀ ਭਗਤੀਆਂ ਨੇ ਵੇਖਿਆ ਕਿ ਭਾਈ ਮਾਇਆ ਦੇ ਨਾਲ ਭਰਿਆ ਹੋਇਆ ਲੋਟਾ ਜਿਹੜਾ ਹੈ ਉਹ ਇੱਕਦਮ ਗਾਇਬ ਹੋ ਗਿਆ ਹੈ। ਬਿਸਰੇ ਭਗਤ ਝੁਰਤ ਔਰ ਮਾਹੇ। ਕਿਉਂਕਿ ਉਹ ਵੀ ਪਿਆਰਿਓ ਗੁਰੂ ਕੇ ਸਿੱਖ ਨਹੀਂ ਸਨ, ਉਹਨਾਂ ਨੂੰ ਕੀਰਤਨ ਦਾ ਪਤਾ ਨਹੀਂ ਸੀ। ਉਹ ਭਗਤੀਏ ਸਨ ਤੇ ਗੁਰੂ ਘਰ ਦੇ ਵਿੱਚ ਆ ਕਰਕੇ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਕੀਰਤਨ ਕਰਨਾ ਕੀਤਾ। ਤੇ ਜਦੋਂ ਮਾਇਆ ਉਹਨਾਂ ਦੀ ਗਾਇਬ ਹੋ ਗਈ, ਇੱਕਦਮ ਉਹਨਾਂ ਦਾ ਸਰੂਰ ਸ਼ਾਂਤ ਹੋ ਗਿਆ। ਇੱਕਦਮ ਕੀਰਤਨ ਜਿਹੜਾ ਹੈ ਸ਼ਬਦੀ ਉਹਨਾਂ ਨੂੰ ਵਿਸਰ ਗਿਆ। ਕਿਉਂਕਿ ਆਪਾਂ ਵੀ ਵੇਖਦੇ ਹਾਂ ਪਿਆਰਿਓ, ਜਿਹੜੇ ਕੀਰਤਨੀਏ ਹਨ, ਮਾਫ ਕਰਨਾ ਇਹ ਸਾਰਿਆਂ ਵਾਸਤੇ ਨਹੀਂ ਹੈ, ਲੇਕਿਨ ਕਈਆਂ ਨੇ ਜਦੋਂ ਇਹਨੂੰ ਆਪਣਾ ਪ੍ਰੋਫੈਸ਼ਨਲ ਬਣਾਉਣਾ ਕੀਤਾ, ਸਿਰਫ ਮਾਇਆ ਕਾਰਨ ਕਰਹਿ ਉਪਾਵ ਕਬਹੂ ਨਾ ਘਾਲਹਿ ਸੀਦਾ ਪਾਓ, ਤੇ ਸਿਰਫ ਮਾਇਆ ਦੇ ਵਾਸਤੇ ਵਾਇਨ ਚੇਲੇ ਨੱਚਨ ਗੁਰ ਪੈਰ ਹਿਲਾਇਨ ਫੇਰਨ ਸਿਰ, ਉਡ ਉਡ ਰਾਵਾ ਝਾਟੈ ਪਾਏ ਵੇਖੈ ਲੋਕ ਹਸੈ ਘਰ ਜਾਏ, ਰੋਟੀਆਂ ਕਾਰਨ ਪੂਰਹਿ ਤਾਲ ਆਪ ਪਛਾੜੈ ਧਰਤੀ ਨਾਲ। ਸਿਰਫ ਰੋਟੀਆਂ ਦੇ ਕਾਰਨ ਕਰਕੇ, ਸਿਰਫ ਮਾਇਆ ਕਰਕੇ ਜਿਹੜੀ ਇਹ ਵਿਦਿਆ ਦਾ ਇਹ ਕਰਦੇ ਹਨ, ਸ਼ੋਸ਼ਣ ਕਰਦੇ ਹਨ, ਜਿਨ੍ਹਾਂ ਦਾ ਚਿੱਤ ਸਿਰਫ ਮਾਇਆ ਦੇ ਵਿੱਚ ਹੁੰਦਾ ਨਾ ਪਿਆਰਿਓ, ਜਦੋਂ ਕੀਰਤਨ ਹੁੰਦਾ ਜਾਂ ਕਥਾ ਹੁੰਦੀ ਹੈ, ਕਈ ਵਾਰੀ ਕੀ ਹੁੰਦਾ, ਕਈ ਜਿਹੜੇ ਕੀਰਤਨੀ ਹੈ ਜਿਨ੍ਹਾਂ ਦਾ ਪੂਰਾ ਚਿੱਤ ਮਾਇਆ ਵਿੱਚ ਲੱਗਿਆ ਹੋਇਆ, ਉਹ ਕੀ ਕਰਦੇ ਹਨ, ਵਧੀਆ ਕੀਰਤਨ ਹੋ ਗਿਆ, ਜਿੰਨੀ ਮਾਇਆ ਚੜਦੀ ਆ ਉਹਨਾਂ ਨੂੰ ਜੋਸ਼ ਵੀ ਆ ਜਾਂਦਾ, ਬਹੁਤ ਗੱਜ ਗੱਜ ਕੇ ਕੀਰਤਨ ਕਰਦੇ। ਫਿਰ ਉਹ ਮਾਇਆ ਜਦੋਂ ਹਟ ਜਾਵੇ ਤੇ ਪੂਰਾ ਉਹ ਕੀਰਤਨ ਵੀ ਠੰਡਾ ਹੋ ਜਾਂਦਾ, ਭਾਵ ਕਿ ਇੱਕਦਮ ਉਹਨਾਂ ਦਾ ਸਰੂਰ ਘਟ ਜਾਂਦਾ। ਕਈ ਇਸ ਤਰ੍ਹਾਂ ਪਿਆਰਿਓ ਸਿਰਫ ਮਾਇਆ ਦੇ ਵਾਸਤੇ ਜੋ ਕੀਰਤਨ ਕਰਦੇ ਹਨ, ਕਦੇ ਜਾ ਕਰਕੇ ਉਹਨਾਂ ਨੂੰ ਆਮ ਜਿੱਥੇ ਕੋਈ ਪ੍ਰੋਗਰਾਮ ਹੋਵੇ, ਜਿੱਥੇ ਮਾਇਆ ਨਹੀਂ ਚੜਦੀ ਹੋਵੇ ਨਾ, ਉੱਥੇ ਜਾ ਕਰਕੇ ਉਹਨਾਂ ਨੂੰ ਤੁਸੀਂ ਸੱਦਾ ਪੱਤਰ ਦਿਓ ਕਿਉਂਕਿ ਬਾਬਾ ਜੀ ਇੱਥੇ ਆਓ, ਇੱਥੇ ਆ ਕਰਕੇ ਕੀਰਤਨ ਕਰਨਾ ਕਰੋ, ਤੁਹਾਨੂੰ ਮਾਇਆ ਦੇਵਾਂਗੇ। ਉਹ ਕਹਿੰਦਾ ਜੀ ਉੱਥੇ ਉਹਨੂੰ ਪਤਾ ਹੁੰਦਾ ਕਿ ਇੱਥੇ ਸੰਗਤ ਨਹੀਂ ਹੈ, ਜੇ ਜਾਵਾਂਗੇ ਮਾਇਆ ਵੀ ਨਹੀਂ ਮਿਲੇਗੀ, 3-4 ਦਿਨ ਮੇਰੇ ਖੱਪ ਜਾਣਗੇ। ਉਹ ਅੱਗੋਂ ਕਹਿ ਦਿੰਦਾ ਨਹੀਂ ਜੀ ਮੈਨੂੰ ਬਹੁਤ ਜ਼ਿਆਦਾ ਪ੍ਰੋਗਰਾਮ ਹਨ, ਬਾਹਰ ਜਾਣਾ, ਉਹਨੇ ਸੱਦਿਆ। ਕੋਈ ਵੀ ਪਿਆਰਿਓ ਨਹੀਂ ਸੱਦਦਾ, ਲੇਕਿਨ ਜਿੱਥੇ ਪਤਾ ਹੁੰਦਾ ਕਿ ਭਾਈ ਖੁੱਲਾ ਗੱਫਾ ਤੁਹਾਨੂੰ ਮਿਲਣ ਵਾਲਾ, ਤੇ ਇਹਨਾਂ ਨੇ ਪਿਆਰਿਓ ਫਿਰ ਰੇਟ ਵੀ ਇਹੋ ਜਿਹੇ ਰੱਖ ਦਿੱਤੇ। ਜਦੋਂ ਆਪਾਂ ਵੇਖਦੇ ਹਾਂ ਕਈ ਕੀਰਤਨੀ ਹੈ, ਇਹ ਸਾਰਿਆਂ ਵਾਸਤੇ ਨਹੀਂ ਹੈ, ਕਈ ਕਥਾਵਾਚਕ ਵੀ ਪਿਆਰਿਓ ਕਈ ਹਨ, ਜਿਆਦੇ ਸਾਰਿਆਂ ਦੀ ਗੱਲ ਨਹੀਂ ਹੈ। ਕਈ ਜਿਨ੍ਹਾਂ ਨੇ ਇਸ ਵਿਦਿਆ ਨੂੰ ਵੇਚਣਾ ਕੀਤਾ, ਸਿਰਫ ਇਹਦਾ ਸ਼ੋਸ਼ਣ ਕਰਦੇ, ਜਿਨ੍ਹਾਂ ਦੀ ਅਵਸਥਾ ਰੋਟੀਆਂ ਕਾਰਨ ਪੂਰੇ ਤਾਲ ਵਾਲੀ ਹੁੰਦੀ ਹੈ, ਉਹ ਕੀ ਕਰਦੇ ਹਨ, ਉਹਨਾਂ ਨੂੰ ਜਦੋਂ ਸੱਦੋ ਤੇ ਉਹਨਾਂ ਦਾ ਰੇਟ ਹੁੰਦਾ ਕਿ 1 ਘੰਟਾ ਕੀਰਤਨ ਕਰਨਾ ਜੀ 1 ਲੱਖ ਰੁਪਈਆ ਲੈਣਾ। 1 ਘੰਟੇ ਦਾ ਪਿਆਰਿਓ ਆਪ ਜੀ ਨੂੰ ਕੀ ਲੱਗਦਾ, ਕਿਉਂਕਿ ਪ੍ਰਬੰਧਕ ਜਿਹੜੇ ਹੁੰਦੇ ਉਹਨਾਂ ਨੂੰ ਇਸ ਗੱਲ ਦਾ ਭਲੀ ਪ੍ਰਕਾਰ ਪਤਾ ਹੁੰਦਾ। ਫਿਰ ਉਹ ਕਹਿੰਦੇ ਜੀ 1 ਘੰਟਾ ਕੀਰਤਨ ਕਰਨਾ, ਇੰਨੀ ਮਾਇਆ ਦਿਓ, ਆਉਣ ਜਾਣ ਦਾ ਸਾਨੂੰ ਪਲੇਨ ਦਾ ਟਿਕਟ ਚਾਹੀਦਾ, ਨਾਲ 2-4 ਸਾਡੇ ਪਰਿਵਾਰ ਦੇ ਮੈਂਬਰ ਵੀ ਹੋਣਗੇ, ਗੁਰੂ ਘਰ ਦੇ ਵਿੱਚ ਨਹੀਂ ਠਹਿਰਨਾ, ਅਸੀਂ ਵਧੀਆ ਹੋਟਲ ਦੇ ਵਿੱਚ ਸਾਡਾ ਪ੍ਰਬੰਧ ਕਰਨਾ ਕਰੋ, ਖਾਣਾ ਵੀ ਲੰਗਰ ਦੇ ਵਿੱਚ ਨਹੀਂ ਹੈ, ਵਧੀਆ ਹੋਟਲ ਦੇ ਵਿੱਚ ਸਾਨੂੰ ਰੋਟੀ ਆਵੇ। ਇੰਨੇ ਪਿਆਰਿਓ ਇਹਨਾਂ ਦੇ ਡਿਮਾਂਡ ਹੁੰਦੇ ਹਨ। ਫਿਰ ਜਦੋਂ ਕੀਰਤਨ ਕਰਨਾ ਜਾਂ ਉੱਥੇ ਇਹ ਕਰਨਾ ਬਹੁਤ ਜ਼ਿਆਦਾ, ਫਿਰ ਆਪਣੀ ਬਾਬਤ ਜਦੋਂ ਤਖਤ ਸਾਹਿਬ ਤੋਂ ਮੈਨੂੰ ਸੱਦਾ ਆ ਗਿਆ, ਮੈਂ ਸਾਰੇ ਪ੍ਰੋਗਰਾਮ ਫੇਲ ਕਰ ਦਿੱਤੇ, ਸਾਰਿਆਂ ਨੂੰ ਇਹ ਕਰ ਦਿੱਤਾ, ਮੈਂ ਇੱਥੇ ਸੰਗਤਾਂ ਦੇ ਕੋਲ ਇਹਨਾਂ ਦੇ ਜੋੜੇ ਝਾੜਨ ਦੇ ਵਾਸਤੇ ਪਹੁੰਚਾ ਹਾਂ। ਕਈ ਫਿਰ ਕਹਿ ਵੀ ਦਿੰਦੇ ਜੀ ਹਜ਼ੂਰੀ ਖਾਲਸੇ ਦੇ ਨਾਲ ਬੜਾ ਸਾਡਾ ਪ੍ਰੇਮ ਹੈ, ਬਸ ਇਹਦੇ ਕਰਕੇ ਮੈਂ ਖਿੱਚ ਕਰਕੇ ਆਇਆ ਹਾਂ,
ਇਸ ਤਰ੍ਹਾਂ ਕਹਿ ਦੇਣਾ। ਜਦੋਂ ਹੋ ਗਿਆ ਕੀਰਤਨ ਉਸੇ ਵੇਲੇ ਨਾਲ ਭਾਈ ਨੂੰ ਪੁੱਛ ਲੈਂਦੇ, ਚੱਲ ਭਾਈ ਮਾਇਆ ਦੇ। ਤੁਹਾਡਾ ਪਿਆਰਿਓ ਆਮ ਸੰਗਤਾਂ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਹੁੰਦਾ। ਕੋਈ ਜਦੋਂ ਸਟੇਜ ਤੇ ਬੋਲ ਦਵੇ ਨਾ, ਆਪਾਂ ਨੂੰ ਲੱਗਦਾ ਕਿ ਭਾਈ ਕਈ ਇੱਥੇ ਵੀ ਅਸੀਂ ਆਪ ਵੇਖਿਆ ਪਿਆਰਿਓ, ਤੇ ਜਦੋਂ ਇੱਥੇ ਆਉਣਾ ਤੇ ਫਿਰ ਜਿਸ ਤਰ੍ਹਾਂ ਹਜੂਰੀ ਖਾਲਸਾ ਆਪਣੇ ਸਿੰਘ ਜੋ ਚੀਜ਼ਾਂ ਨੂੰ ਪਸੰਦ ਕਰਦੇ, ਉਹਨਾਂ ਚੀਜ਼ਾਂ ਨੂੰ ਫਿਰ ਬੋਲਣਾ, ਇਹ ਕਰਨਾ ਜੀ। ਤੇ ਆਮ ਲੋਕਾਂ ਦੇ ਵਿੱਚ ਇਹ ਹੋ ਜਾਂਦੀ ਆ ਉਹਨਾਂ ਦੀ ਕਿ ਭਾਈ ਲਓ ਕੀਰਤਨੀਆਂ ਸਿੰਘ ਇਹ ਤਾਂ ਕਿੰਨਾ ਜ਼ਿਆਦਾ ਪ੍ਰੇਮ ਕਰਦੇ। ਲੇਕਿਨ ਸਭ ਪਿਆਰਿਓ ਇਹ ਵਡਿਆਈ ਅਸਲ ਦੇ ਵਿੱਚ ਕੀਰਤਨ ਵੀ ਜਦੋਂ ਕਰਦੇ ਆ ਨਿਰੋਲ ਕਰਨਾ ਚਾਹੀਦਾ, ਕਥਾ ਵੀ ਕਰਦੇ ਆ ਨਿਰੋਲ ਕਥਾ ਕਰੋ। ਕੀ ਲੋੜ ਹੈ ਪ੍ਰਬੰਧਕਾਂ ਦੇ ਬਾਬਤ ਬੋਲਣ ਦੀ ਗੱਲ? ਚਲੋ ਉਹਨਾਂ ਨੇ ਸੱਦ ਲਿਆ, ਤੁਸੀਂ ਆਪਣਾ ਕੀਰਤਨ ਕਰੋ, ਲੇਕਿਨ ਕੀਰਤਨ ਕਰਨਾ ਇੱਕ ਜਾਂ ਦੋ ਸ਼ਬਦ ਪੜ੍ਹਨੇ, ਫਿਰ ਆਮ ਲੋਕਾਂ ਦੀ ਉਸਤਤੀ ਕਰਨਾ। ਲਓ ਜੀ ਪ੍ਰਧਾਨ ਬਹੁਤ ਵਧੀਆ ਜੀ, ਲਓ ਇੱਥੋਂ ਦੀ ਸੰਗਤ ਬੜੀ ਇਹ ਹੈ, ਉਹ ਮਹਾਂਪੁਰਖ ਭਾਈ ਤੈਨੂੰ ਕੀਰਤਨ ਕਰਨ ਵਾਸਤੇ ਸੱਦਿਆ ਗਿਆ, ਇਹਨਾਂ ਦੇ ਕਸੀਦੇ ਕਿਉਂ ਪੜ੍ਹਦਾ? ਕਈ ਫਿਰ ਵਿਦਵਾਨ ਵੀ ਪਿਆਰਿਓ ਜਿਹੜੇ ਕਥਾਵਾਚਕ ਵੀ ਹੁੰਦੇ, ਕਥਾ ਕਰਦੀ ਹੈ ਨਾਲ ਉਹਨਾਂ ਦੀ ਪਰੋ ਬੱਲੇ ਬੱਲੇ ਕਰੀ ਜਾਣੀ ਜੀ, ਇਹਨਾਂ ਨੇ ਇਹ ਕੀਤਾ ਉਹ ਕੀਤਾ। ਉਸਤਤੀ ਪਿਆਰਿਓ ਗੁਰੂ ਦੀ ਕਰੋ, ਪਰਮਾਤਮਾ ਦੀ ਉਸਤਤੀ ਕਰੋ। ਐਵੇਂ ਆਮ ਕਿਸੇ ਵਿਅਕਤੀ ਵਿਸ਼ੇਸ਼ ਦੀ ਉਸਤਤੀ ਕਰਨ ਵਾਸਤੇ ਤੁਹਾਨੂੰ ਨਹੀਂ ਸੱਦਿਆ ਗਿਆ। ਲੇਕਿਨ ਜਿਹੜੇ ਲੋਕ ਪਿਆਰਿਓ ਕਿਸੇ ਵਿਅਕਤੀ ਦੀ ਕੋਈ ਪ੍ਰਧਾਨ ਆਦਿਕ ਜਾਂ ਇਸ ਤਰ੍ਹਾਂ ਕੋਈ ਫਲਾਣਾ ਢਿਮਕਾਣਾ ਹੋ ਜਾਵੇ, ਉਹਦੀ ਜਦੋਂ ਉਸਤਤੀ ਕਰਦੇ ਆ ਉਹਨੂੰ ਫਿਰ ਲੋਕ ਵੀ ਬੜਾ ਸੱਦਦੇ ਹਨ। ਉਹਨੂੰ ਕਹਿੰਦੇ ਜੀ ਆਹ ਰਾਗੀ ਨੂੰ ਜਾਂ ਆਹ ਕਥਾਵਾਚਕ ਨੂੰ ਸੱਦੋ, ਇਹ ਸਾਡੀ ਬੜੀ ਬੱਲੇ ਬੱਲੇ ਕਰਾਉਂਦਾ, ਸਾਡੀ ਬੜੀ ਉਸਤਤੀ ਕਰਾਉਂਦਾ ਹੈ। ਫਿਰ ਇਹ ਨਹੀਂ ਸੁਣਨਾ ਉਹਨੇ ਕੀਰਤਨ ਕੀ ਕੀਤਾ ਹੈ, ਕਥਾ ਕੀ ਕਰਨੀ ਕੀਤੀ। ਜਿਹੜਾ ਨਿਰੋਲ ਕੀਰਤਨ ਕਰਦਾ, ਨਿਰੋਲ ਗੁਰਬਾਣੀ ਦੀ ਕਥਾ ਕਰਦਾ, ਸੱਚ ਜਾਣੋ ਪਿਆਰਿਓ ਕਈ ਇਸ ਤਰ੍ਹਾਂ ਲਾਲਚੀ ਲੋਕ ਵਡਿਆਈ ਦੇ ਵਿੱਚ ਲੱਗੇ ਹੋਏ ਲੋਕ ਉਹਨਾਂ ਨੂੰ ਸੱਦਦੇ ਵੀ ਨਹੀਂ ਹਨ। ਫਿਰ ਉਹ ਕਹਿ ਦਿੰਦੇ ਜੀ ਉਹ ਕੀਰਤਨੀਆਂ ਜੀ ਸਿਰਫ ਕੀਰਤਨ ਕਰਦਾ, ਸਾਡੇ ਬਾਬਤ ਤਾਂ ਕਹਿੰਦਾ ਵੀ ਨਹੀਂ ਹੈ, ਕਥਾਵਾਚਕ ਵੀ ਸਾਡੇ ਬਾਬਤ ਕੁਝ ਵੀ ਨਹੀਂ ਕਹਿੰਦਾ, ਉਹਨਾਂ ਨੂੰ ਨਹੀਂ ਸੱਦਿਆ ਜਾਂਦਾ। ਭਾਵ ਕਿ ਉਹਨਾਂ ਦਾ ਚਿੱਤ ਜਿਹੜਾ ਹੈ ਪਿਆਰਿਓ ਸਿਰਫ ਮਾਇਆ ਦੇ ਵਿੱਚ ਹੀ ਲੱਗਿਆ ਹੋਇਆ ਹੁੰਦਾ। ਇਹੋ ਜਿਹੇ ਜਿਹੜੇ ਹੁੰਦੇ ਹਨ, ਜਦੋਂ ਮਾਇਆ ਆ ਜਾਵੇ ਵੇਖਣ ਵਾਸਤੇ, ਜਦੋਂ ਬਹੁਤ ਜ਼ਿਆਦਾ ਲੋਕ ਆ ਜਾਣ, ਸੁਣਨ ਵਾਸਤੇ ਆ ਜਾਣ, ਉਹਨਾਂ ਦਾ ਰੂਪ ਰੰਗ ਹੀ ਬਦਲ ਜਾਂਦਾ। ਕਹਿੰਦੇ ਇੱਕ ਕਥਾ ਯਾਦ ਆਈ ਹੈ, ਇਹ ਪ੍ਰਤੱਖ ਗੱਲ ਹੈ। ਇੱਕ ਮੰਦਿਰ ਦਾ ਪੁਜਾਰੀ ਸੀ, ਉਹ ਕੀ ਕਰਦਾ, ਰੋਜ਼ ਜਾ ਕਰਕੇ ਮੰਦਿਰ ਦੇ ਵਿੱਚ ਪੂਜਾ ਕਰਨੀ ਹੈ, ਤੇ ਉੱਥੇ ਇੱਕ ਸਾਧੂ ਸੰਤ ਜਿਹੜੇ ਬਾਹਰ ਬੈਠੇ ਹੋਏ ਹੁੰਦੇ, ਉਹ ਕਈ ਵਾਰੀ ਤੱਕਦੇ, ਜਦੋਂ ਪਬਲਿਕ ਜ਼ਿਆਦੀ ਹੋ ਜਾਵੇ, ਲੋਕ ਜ਼ਿਆਦੇ ਆ ਜਾਣ ਮੰਦਿਰ ਦੇ ਵਿੱਚ, ਤੇ ਪੁਜਾਰੀ ਦੀ ਪੂਜਾ ਹੀ ਖਤਮ ਨਹੀਂ ਹੁੰਦੀ ਹੈ। ਪੁਜਾਰੀ ਜਿਹੜਾ 2-2 3-3 ਘੰਟੇ ਪੂਜਾ ਕਰੀ ਜਾਣਾ, ਤਲੀਆਂ ਖੜਕਾਈ ਜਾਂਦਾ, ਮੰਤਰਾਂ ਦਾ ਉਚਾਰਨ ਕਰੀ ਜਾਂਦਾ, ਕਿਉਂਕਿ ਪਰਮਾਤਮਾ ਨੂੰ, ਭਗਵਾਨ ਨੂੰ ਪ੍ਰਭਾਵਿਤ ਕਰਨ ਵਾਸਤੇ ਨਹੀਂ, ਆਮ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਕਿ ਇਹ ਲੋਕ ਇਹਨਾਂ ਦੇ ਸਾਹਮਣੇ ਮੈਂ ਜਿੰਨਾ ਟੱਲੀਆਂ ਖੜਕਾਵਾਂ, ਜਿੰਨਾ ਇਹ ਕਰਾਂ, ਇਹਨਾਂ ਦੇ ਸਾਹਮਣੇ ਮੰਤਰਾਂ ਦਾ ਉਚਾਰਨ ਕਰਾਂ, ਘੋੜ-ਮੁੜ ਕਰਾਂ, ਤਾਂ ਇਹਨਾਂ ਨੂੰ ਪ੍ਰਭਾਵ ਪਵੇਗਾ। ਉਹ ਇਸ ਤਰ੍ਹਾਂ ਹੀ ਕਰਦਾ। ਜਦੋਂ ਕੋਈ ਸੰਗਤ ਨਾ ਆਵੇ ਨਾ, ਦਬਾ ਦਬ 5-10 ਮਿੰਟ ਦੇ ਵਿੱਚ ਹੀ ਪੂਰੀ ਪੂਜਾ ਖਤਮ ਕਰਕੇ, ਜੋ ਭੋਗ ਬੁਲਾਉਣਾ ਲਗਾ ਕਰਕੇ ਤੁਰੰਤ ਮੰਦਿਰ ਦਾ ਦਰਵਾਜ਼ਾ ਬੰਦ ਕਰਕੇ ਨਿਕਲ ਜਾਂਦਾ। ਤੇ ਇੱਕ ਸਾਧੂ ਨੇ ਪੁੱਛ ਹੀ ਲਿਆ ਉਹਨੂੰ ਕਿ ਕਹਿਣ ਲੱਗਾ, ਪੰਡਤ ਜੀ ਗੱਲ ਕੀ ਹੈ? ਤੇ ਕਈ ਵਾਰੀ ਤਾਂ ਮੈਂ ਤੱਕਦਾ ਹਾਂ ਜਦੋਂ ਸੰਗਤ ਜ਼ਿਆਦੀ ਆਉਂਦੀ ਹੈ, ਲੋਕ ਜ਼ਿਆਦੇ ਆਉਂਦੇ, ਬੜੀ ਪੂਜਾ ਕਰਦੇ, ਪੂਜਾ ਤੁਹਾਡੀ ਖਤਮ ਹੀ ਨਹੀਂ ਹੁੰਦੀ। ਉਹ ਵੀ ਕਹਿੰਦੇ ਬਾਬਾ ਬੱਸ ਕਰ ਜਾ ਘਰ ਨੂੰ ਜਾਣਾ, ਲੇਕਿਨ ਤੂੰ ਬੱਸ ਨਹੀਂ ਕਰਦਾ। ਲੇਕਿਨ ਜਦੋਂ ਕੋਈ ਵੀ ਲੋਕ ਨਾ ਆਵੇ ਤੁਰੰਤ ਤੋਂ ਫਿਰ ਜੋ ਮਰਜੀ ਘੁੜਮੁੜ ਜੀ ਕਰਕੇ ਮੰਦਰ ਨੂੰ ਫੇਰ ਕਰਕੇ ਤਾਲਾ ਮਾਰ ਕੇ ਨਿਕਲ ਜਾਂਦਾ। ਕੀ ਕਾਰਨ ਹੈ? ਉਹ ਪੰਡਤ ਕਹਿਣ ਲੱਗਾ, ਬਾਬਾ ਜੀ ਤੁਹਾਨੂੰ ਝੂਠ ਥੋੜੀ ਮਾਰ ਸਕਦੇ ਆ, ਤੁਸੀਂ ਵੀ ਆਪਣੇ ਮਹਿਕਮੇ ਦੇ ਹੋ, ਆਪਣੀ ਫੀਲਡ ਵਾਲੇ ਹੋ, ਤੁਹਾਨੂੰ ਤਾਂ ਸੱਚ ਕਹਿਣਾ ਬਣਦਾ। ਮੈਂ ਭਗਵਾਨ ਕਰਨਾ ਚਾਹੀਦਾ, ਭਗਵਾਨ ਥੋੜੀ ਚੱਲ ਗਿਆ ਮੰਦਰ ਦੇ ਵਿੱਚੋਂ, ਭਗਵਾਨ ਤਾਂ ਉੱਥੇ ਹੀ ਹੁੰਦਾ। ਲੇਕਿਨ ਇਹ ਸੰਗਤ ਜਿਹੜੀ ਹੈ, ਇਹ ਲੋਕ, ਇਹ ਕਈ ਵਾਰੀ ਆ ਜਾਂਦੇ, ਕਈ ਵਾਰੀ ਨਹੀਂ ਆਉਂਦੇ। ਅਸਲ ਦੇ ਵਿੱਚ ਮੈਂ ਇਹਨਾਂ ਨੂੰ ਪ੍ਰਸੰਨ ਕਰਨ ਵਾਸਤੇ, ਜਦੋਂ ਲੋਕ ਜ਼ਿਆਦੇ ਆ ਜਾਣ ਤੇ ਉਹਨਾਂ ਨੂੰ ਪ੍ਰਸੰਨ ਕਰਨ ਵਾਸਤੇ ਬਹੁਤ ਲੰਬੀ ਪੂਜਾ ਕਰਦਾ ਹਾਂ। ਉਹਨਾਂ ਨੂੰ ਵੀ ਲੱਗਦਾ ਲਓ ਜੀ ਬਾਬਾ ਕਿੰਨੀ ਜ਼ਿਆਦੀ ਪੂਜਾ ਕਰਦਾ। ਉਹ ਫਿਰ ਮੈਨੂੰ ਮਾਇਆ ਦਿੰਦੇ ਹਨ, ਅਰਦਾਸਾਂ ਭੇਟ ਕਰਦੇ। ਤੇ ਜਦੋਂ ਲੋਕੀ ਨਾ ਹੋਣ ਤੇ ਫਿਰ ਪੂਜਾ ਕਰਨ ਦਾ ਕੋਈ ਫਾਇਦਾ ਨਹੀਂ ਹੈ, ਕੋਈ ਮੈਨੂੰ ਅਰਦਾਸਾ ਨਹੀਂ ਮਿਲਦਾ। ਤੁਰੰਤ ਮੈਂ ਆਪਣੀ ਮਰਿਆਦਾ ਪੂਰੀ ਕਰਕੇ ਬਸ ਘੁੜਮੁੜ ਜਾ ਕਰਕੇ ਟਨ ਘੰਟੀ ਆਦਿ ਖੜਕਾ ਕਰਕੇ
ਮੈਂ ਜਿੰਦਰਾ ਮਾਰ ਕੇ ਨਿਕਲ ਜਾਂਦਾ। ਤੁਹਾਨੂੰ ਕੀ ਲੱਗਿਆ ਮੈਂ ਪ੍ਰਮਾਤਮਾ ਦੀ, ਭਗਵਾਨ ਦੀ ਪੂਜਾ ਕਰਦਾ? ਅਸਲ ਦੇ ਵਿੱਚ ਇਹਨਾਂ ਲੋਕਾਂ ਦੀ ਮੈਂ ਪੂਜਾ ਕਰਦਾ ਹਾਂ ਜਿਨ੍ਹਾਂ ਤੋਂ ਮੈਨੂੰ ਪੂਜਾ ਦਾ ਧਾਨ ਪ੍ਰਾਪਤ ਹੋਵੇ। ਇਸ ਤਰ੍ਹਾਂ ਹੀ ਇਹ ਜਿਹੜੇ ਭਗਤੀਏ ਬੈਠੇ ਹੋਏ ਸਨ, ਚਾਹੀਦਾ ਤਾਂ ਸੀ ਇਹਨਾਂ ਨੂੰ ਨਿਰੋਲ ਕੀਰਤਨ ਕਰਦੇ। ਜੇ ਨਿਰੋਲ ਕੀਰਤਨ ਕਰਦੇ ਹੋਣਗੇ ਤਾਂ ਪਿਆਰਿਓ ਭਾਵੇਂ ਮਾਇਆ ਚੁੱਕ ਕੇ ਲੈ ਕੇ ਚੱਲ ਜਾਓ, ਭਾਵੇਂ ਮਾਇਆ ਹਟਾ ਦਿਓ, ਉਹਨਾਂ ਨੂੰ ਫਰਕ ਨਹੀਂ ਪੈਂਦਾ। ਉਹ ਆਪਣੇ ਆਨੰਦ ਦੇ ਵਿੱਚ ਕੀਰਤਨ ਕਰਦੇ ਸਨ। ਲੇਕਿਨ ਜਦੋਂ ਮਾਇਆ ਹਟ ਗਈ, ਇਹਨਾਂ ਦਾ ਚਿੱਤ ਵਿਚਲਿਤ ਹੋ ਗਿਆ, ਉਹਨਾਂ ਨੂੰ ਫਿਰ ਕੀਰਤਨ ਕਰਨਾ ਹੀ ਬਿਲਕੁਲ ਭੁੱਲ ਗਿਆ। ਕਹਿਣ ਲਗੇ ਲੋਟਾ ਕਿਨ ਲੈਣਾ, ਤੇ ਕੀਰਤਨ ਨੂੰ ਛੱਡ ਕਰਕੇ ਕਹਿੰਦੇ ਆਪਸ ਦੇ ਵਿੱਚ ਖੁਸਰ ਫੁਸਰ ਕਰਦੇ ਕਿ ਭਾਈ ਲੋਟਾ ਪਿਆ ਹੋਇਆ ਸੀ, ਕਿੰਨੀ ਜ਼ਿਆਦੀ ਮਾਇਆ ਆ ਗਈ, ਉਹ ਲੋਟਾ ਕੌਣ ਚੁਰਾ ਕੇ ਲੈ ਕੇ ਗਿਆ ਹੈ। ਖੋਜਤ ਪਏ ਰੌਰ ਬੜ ਕੀਨਾ, ਖੋਜਦੇ ਪਿਆਰਿਓ ਕੀਰਤਨ ਤਾਂ ਉੱਥੇ ਬੰਦ ਹੋ ਗਿਆ। ਉਹਨਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਕੀਰਤਨ ਦਾ ਜੋ ਕਰਦੇ ਸਨ ਵਿੱਚ ਹੀ ਛੱਡ ਦਿੱਤਾ ਤੇ ਰੌਲਾ ਪਾ ਦਿੱਤਾ, ਚੋਰ ਚੋਰ, ਕੋਈ ਚੋਰ ਆ ਗਿਆ ਭਾਈ, ਉਹ ਸਾਡੀ ਮਾਇਆ ਦਾ ਲੋਟਾ ਚੁਰਾ ਕੇ ਲੈ ਕੇ ਗਿਆ। ਸਿਧਾਨ ਮਤ ਸਰ ਧਾਰ ਕੀ ਖਾਮੇ, ਇਹ ਜਿਹੜੇ ਸਿੱਧ ਜਿਹੜੇ ਸਨ, ਇਹਨਾਂ ਨੇ ਮਤ ਸਰ ਈਰਖਾ ਨੂੰ ਧਾਰਨ ਕਰਕੇ ਪਿਆਰਿਓ ਇਹ ਇਹਨਾਂ ਨੇ ਖਾਮੀ ਕੀਤੀ ਹੈ। ਸਰਬ ਜਾਨ ਕਰ ਅੰਤਰਯਾਮੇ, ਲੇਕਿਨ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਨਾਂ ਦੀ ਇਹ ਖਾਮੀ ਨੂੰ ਜਾਣ ਕਰਕੇ ਲੋਟਾ ਦੋਇ ਸਤ ਕੋਸ ਪੁਛਾਇਓ, ਇਹਨਾਂ ਨੇ ਕੀ ਕਰਨਾ ਕੀਤਾ, ਲੋਟਾ ਦਵੈ ਸਤ ਕੋਸ ਪਹੁੰਚਾਇਓ। ਇਹਨਾਂ ਨੇ ਆਪਣੀ ਕਰਾਮਾਤ ਦੇ ਨਾਲ ਪਿਆਰਿਓ 200 ਕੋਸ, ਸੱਤ ਦਾ ਮਤਲਬ, ਸੱਤ ਦੇ ਪਿਆਰਿਓ ਬਹੁਤ ਸਾਰੇ ਅਰਥ ਹਨ। 100 ਨੂੰ ਵੀ ਸੱਤ ਕਹਿੰਦੇ, 1000 ਨੂੰ ਵੀ ਸੱਤ ਕਹਿੰਦੇ ਹਨ, ਸ਼ਤਕ, ਸੱਤ ਆਦਿਕ। ਤੇ ਇਹਨਾਂ ਨੇ ਕੀ ਕੀਤਾ, ਕਰਾਮਾਤ ਦੇ ਨਾਲ ਲੋਟਾ ਜਿਹੜਾ ਹੈ, ਕਿਉਂਕਿ ਜੇ ਲਾਗੇ ਛੁਪਾਉਂਦੇ ਤਾਂ ਪਤਾ ਚੱਲ ਜਾਣਾ ਸੀ ਕਿ ਲੋਟਾ ਇੱਥੇ ਛੁਪਾਇਆ ਹੋਇਆ ਹੈ। ਲੋਟਾ ਇਥੋਂ ਗਾਇਬ ਕਰਕੇ ਕਰਾਮਾਤ ਦੇ ਨਾਲ ਤੇ ਅਚਲ ਵਟਾਲੇ ਤੋਂ 200 ਕੋਸ ਦੂਰ ਦੇ ਉੱਤੇ ਇਹਨਾਂ ਨੇ ਆਪਣੀ ਸ਼ਕਤੀ ਦੇ ਨਾਲ ਲੋਟਾ ਛੁਪਾ ਦਿੱਤਾ। ਨਭ ਮੈਂ ਕਰ ਕੈ ਸ਼ਕਤ ਟਿਕਾਇਓ, ਇਹਨੇ ਫਿਰ ਨਭ, ਉਹ ਵੀ ਆਕਾਸ਼ ਦੇ ਵਿੱਚ 200 ਕੋਸ ਦੀ ਵਿੱਥ ਦੇ ਉੱਤੇ ਆਕਾਸ਼ ਦੇ ਵਿੱਚ ਇਹਨਾਂ ਨੇ ਲੋਟਾ ਛੁਪਾ ਦਿੱਤਾ ਬੱਦਲਾਂ ਦੇ ਵਿੱਚ। ਸ਼ੇਰੇ ਗੋਰ ਬਿਨਾ ਬਿਲਮ ਤਹ ਜਾਏ, ਸਤਿਗੁਰੂ ਮਹਾਰਾਜ ਜੀ ਨੇ ਵੇਖਿਆ ਕਿ ਭਾਈ ਕੀਰਤਨੀਏ ਜਿਹੜੇ ਹਨ ਉਹਨਾਂ ਦਾ ਵੀ ਚਿੱਤ ਜਿਹੜਾ ਹੈ ਭਗਤੀਆਂ ਦਾ ਮਾਇਆ ਦੇ ਵਿੱਚ ਲੱਗਿਆ ਹੋਇਆ, ਇਹਨਾਂ ਨੇ ਕੀਰਤਨ ਵੀ ਵਿਸਾਰ ਦਿੱਤਾ। ਤੇ ਸਤਿਗੁਰੂ ਮਹਾਰਾਜ ਜੀ ਨੇ ਫਿਰ ਵੇਖ ਲਿਆ ਅੰਤਰਜਾਮਤਾ ਦੇ ਨਾਲ ਕਿ ਇਹ ਖਰਾਬੀ ਕਿਹਨੇ ਕੀਤੀ ਹੈ। ਵੇਖਿਆ ਅੰਤਰਜਾਮਤਾ ਦੇ ਨਾਲ ਤੇ ਮਹਾਰਾਜ ਜੀ ਨੂੰ ਪਤਾ ਚੱਲ ਗਿਆ ਸਿੱਧਾਂ ਨੇ ਖਰਾਬੀ ਕੀਤੀ ਹੈ। ਤੇ ਲੋਟਾ ਜਿਹੜਾ ਫਲਾਨੀ ਥਾਂ ਤੇ 200 ਕੋਸ ਦੀ ਵਿੱਥ ਦੇ ਉੱਤੇ ਬਦਲਾਂ ਦੇ ਵਿੱਚ ਇਹਨਾਂ ਨੇ ਲੋਟਾ ਛੁਪਾ ਦਿੱਤਾ। ਤੁਰੰਤ ਸਤਿਗੁਰੂ ਮਹਾਰਾਜ ਵੀ ਕਰਾਮਾਤ ਦੇ ਨਾਲ, ਸ਼ਕਤੀ ਦੇ ਨਾਲ ਉੱਥੇ ਪਹੁੰਚ ਗਏ। ਹਾਥ ਉਠਾਏ ਦੇਨ ਤਹ ਤਾਏ, ਸਤਿਗੁਰੂ ਮਹਾਰਾਜ ਜੀ ਨੇ ਫਿਰ ਉਹ ਉਥੋਂ ਲੋਟਾ ਜਿਹੜਾ ਸ਼ਕਤੀ ਦੇ ਨਾਲ ਕੱਢ ਕੇ ਇੱਕਦਮ ਐ ਪਿੱਛੋਂ ਦੀ ਹੱਦ ਕਰਕੇ ਲੋਟਾ ਪ੍ਰਗਟ ਕਰ ਦਿੱਤਾ ਤੇ ਭਗਤੀਆਂ ਦੇ ਸਾਹਮਣੇ ਰੱਖ ਦਿੱਤਾ। ਪਿਖ ਅਜਮਤ ਪੁਨ ਸਿੱਧ ਰਸਾਏ, ਇਹ ਅਜ਼ਮਤ ਵੇਖ ਕਰਕੇ ਸਿੱਧ ਜਿਹੜੇ ਹਨ ਬਹੁਤ ਜਿਹੜੇ ਵਿਸਮਿਤ ਹੋ ਗਏ, ਬਹੁਤ ਉਹਨਾਂ ਨੂੰ ਔਰ ਜ਼ਿਆਦੀ ਅੱਗ ਲੱਗ ਗਈ ਆ, ਔਰ ਖੁੰਨਸ ਉਹਨਾਂ ਨੇ ਖਾਉਣੀ ਕੀਤੀ। ਤੇ ਭਗਤੀ ਹੈ ਜਿਹੜਾ ਨੇ ਕੀਰਤਨ ਉੱਕਾ ਹੀ ਭੁਲਾ ਦਿੱਤਾ ਸੀ, ਉਹ ਫਿਰ ਤੋਂ ਜਿਹੜੇ ਹਨ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਚਰਚਾ ਹੇਤ ਲਿਖ ਲਈ ਹੈ ਤੇ ਹੁਣ ਚਰਚਾ ਕਰਨ ਵਾਸਤੇ ਸਿੱਧ ਲਾਗੇ ਆ ਗਏ। ਭੰਗਰਨਾਥ ਭਨੈ ਆਤਮਾਨੇ, ਇਹਨਾਂ ਦੇ ਵਿੱਚ ਬਹੁਤ ਵੱਡਾ ਅਹੰਕਾਰੀ, ਵੱਡਾ ਆਗੂ ਜਿਹੜਾ ਬਣ ਕੇ ਬੈਠਿਆ ਸੀ ਨਾ, ਉਹਦਾ ਨਾਮ ਸੀ ਭੰਗਰਨਾਥ। ਭੰਗਰਨਾਥ ਆਗੂ ਨੇ ਆ ਕਰਕੇ ਬਹੁਤ ਜ਼ਿਆਦਾ ਅਭਿਮਾਨ ਹੈ ਉਹਦੇ ਮਨ ਵਿੱਚ। ਉਹਨੇ ਮਹਾਰਾਜ ਜੀ ਦੇ ਨਾਲ ਪ੍ਰਸ਼ਨ ਉੱਤਰੀ ਕਰਨੀ ਕੀਤੀ। ਰੇਤ ਗਿਆਨ ਤਾਂ ਏਕ ਨ ਜਾਣੇ, ਆ ਕਰਕੇ ਕਹਿੰਦਾ ਸਤਿਗੁਰੂ ਮਹਾਰਾਜ ਜੀ ਨੂੰ, ਕਿਉਂਕਿ ਜ਼ਿਆਦਾ ਕਰਕੇ ਮਹਾਰਾਜ ਜੀ ਨੂੰ ਬਾਲਾ ਕਰਕੇ ਸੰਬੋਧਨ ਕਰਦੇ ਸਨ ਕਿ ਐ ਬਾਲਿਆ, ਤੂਨੇ ਆ ਜਿਹੜੀ ਗਿਆਨ ਦੀ ਰੀਤ ਹੀ ਤੁਸਾਂ ਨੇ ਵਿਸਾਰ ਦੇਣੀ ਕੀਤੀ। ਬਿਮਲ ਦੁੱਧ ਮਹਿ ਕਾਂਜੀ ਪਾਏ, ਬਿਮਲ ਦੁੱਧ, ਜਿਸ ਦੁੱਧ ਦੇ ਵਿੱਚ ਕੋਈ ਵੀ ਮਲ ਨਾ ਹੋਵੇ, ਭਾਵ ਕਿ ਦੁੱਧ ਇੱਕਦਮ ਵਧੀਆ ਹੋਵੇ, ਉਹਦੇ ਵਿੱਚ ਤੂੰ ਨੇ ਕਾਂਜੀ ਪਾ ਦਿੱਤੀ ਹੈ। ਕਾਂਜੀ ਦਾ ਮਤਲਬ ਖਟਿਆਈ ਜਿਹਨੂੰ ਆਪਾਂ ਬੋਲਦੇ ਆ,
ਤੇ ਖਟਿਆਈ ਜੇ ਦੁੱਧ ਦੇ ਵਿੱਚ ਪਾ ਦਿਓ ਤੇ ਦੁੱਧ ਜਿਹੜਾ ਉਹ ਇੱਕਦਮ ਫੁੱਟ ਜਾਂਦਾ। ਸਗਰੋ ਫਿਟ ਗਇਓ ਦੁੱਧ ਗਵਾਏ। ਸਾਰਾ ਦੁੱਧ ਜਿਹੜਾ ਫੁੱਟ ਗਿਆ ਤੇ ਦੁੱਧ ਜਿਹੜਾ ਨਾ ਪਿਆਰਿਓ ਜੇ ਕਾਂਜੀ ਪੈ ਜਾਵੇ ਤੇ ਉਹ ਦੁੱਧ ਜਿਹੜਾ ਵਿਅਰਥ ਹੋ ਜਾਂਦਾ। ਇਹਨਾਂ ਨੇ ਇੱਕ ਦ੍ਰਿਸ਼ਟਾਂਤ ਦਿੱਤਾ, ਇਹਦਾ ਜ਼ਿਕਰ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਕਰਨਾ ਕੀਤਾ। ਜਿਸ ਤਰ੍ਹਾਂ ਕਿ ਘਰਾਂ ਦੇ ਵਿੱਚ ਵੀ ਪਿਆਰਿਓ ਆਪਾਂ ਦੁੱਧ ਲੈਂਦੇ ਆ, ਦੁੱਧ ਲੈਣ ਦੀ ਪੂਰੀ ਵਿਧੀ ਹੁੰਦੀ ਹੈ ਤੇ ਦੁੱਧ ਲੈ ਕਰਕੇ ਵਧੀਆ ਤੁਸੀਂ ਪਤੀਲਾ ਮਾਂਜੋ, ਸਾਫ਼ ਕਰੋ। ਸਾਫ਼ ਕਰਕੇ ਉਸ ਭਾਂਡੇ ਦੇ ਵਿੱਚ ਦੁੱਧ ਲੈ ਕਰਕੇ ਉਹਨੂੰ ਤਾ ਦਿਓ ਤੇ ਇੱਕਦਮ ਦੁੱਧ ਜਿਹੜਾ ਤਪ ਜਾਵੇ, ਉਹਦੇ ਵਿੱਚ ਮਲਾਈ ਵੀ ਆ ਜਾਵੇ, ਤੱਤ ਵੀ ਨਿਕਲ ਕੇ ਆਵੇ, ਸਭ ਹੋਣ ਦੇ ਇੱਥੋਂ ਤੱਕ ਤਾਂ ਸਭ ਵਧੀਆ ਕੀਤਾ। ਲੇਕਿਨ ਉਹਦੇ ਵਿੱਚ ਅਖੀਰ ਨੂੰ ਕਾਂਜੀ ਪਾ ਦਿਓ। ਕਾਂਜੀ ਦਾ ਮਤਲਬ ਖਟਿਆਈ ਜੋ ਹੁੰਦੀ ਹੈ। ਜੇ ਤੁਸੀਂ ਐਨ ਪੂਰੀ ਵਿਧੀ ਦੇ ਨਾਲ ਦੁੱਧ ਨੂੰ ਜਮਾਓ, ਲਾਓ, ਸਭ ਕਰੋ, ਅਖੀਰ ਦੇ ਵਿੱਚ 2 ਬੂੰਦ ਵੀ ਉਹਦੇ ਵਿੱਚ ਕਾਂਜੀ ਦੇ ਪੈ ਗਏ ਤੇ ਪਿਆਰਿਓ ਸੱਚ ਜਾਣੋ, ਸਾਰਾ ਦੁੱਧ ਜਿਹੜਾ ਭਾਵੇਂ ਮਨਾ ਪਹਾੜ ਹੋਵੇ, ਭਾਵੇਂ 1-2 ਕੁਇੰਟਲ ਦੁੱਧ ਕਿਉਂ ਨਾ ਹੋਵੇ, ਕਾਂਜੀ ਨਿੱਕੀ ਜੀ ਵੀ ਕਾਂਜੀ ਪਾ ਦਿਓ, 2-4 ਬੂੰਦ ਖਟਿਆਈ ਦੇ ਪਾ ਦਿਓ, ਸਾਰਾ ਦੁੱਧ ਜਿਹੜਾ ਬੇਕਾਰ ਹੋ ਜਾਂਦਾ, ਫੁੱਟੀਆਂ ਪੈ ਜਾਂਦੀਆਂ, ਉਹ ਦੁੱਧ ਜਿਹੜਾ ਫੁੱਟ ਜਾਂਦਾ ਹੈ। ਇਹਨਾਂ ਦਾ ਕਹਿਣ ਦਾ ਮਤਲਬ ਸੀ ਕਿ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਤੁਸਾਂ ਨੇ ਪੂਰਾ ਜੀਵਨ ਭਰ ਇਹ ਉਦਾਸੀ ਦਾ ਭੇਸ ਧਾਰਨ ਕਰਨਾ ਕੀਤਾ ਸੀ, ਸੰਤਾਂ ਦਾ ਲਿਬਾਸ ਆਪ ਜੀ ਨੇ ਧਾਰਨ ਕਰਨਾ ਕੀਤਾ। ਲੇਕਿਨ ਹੁਣ ਅੰਤਲਾ ਸਮਾਂ ਆ ਗਿਆ ਤੇ ਫਿਰ ਨਵੇਕਲੀ ਮਰਿਆਦਾ ਤੋੜ ਦਿੱਤੀ ਹੈ, ਸੰਸਾਰੀ ਵਸਤਰਾਂ ਨੂੰ ਧਾਰਨ ਕਰ ਦਿੱਤਾ ਤੇ ਧਾਰਮਿਕ ਵਸਤਰਾਂ ਦਾ ਤਿਆਗ ਕਰ ਦਿੱਤਾ। ਇਹ ਕਰਕੇ ਤੁਸਾਂ ਨੇ ਦੁੱਧ ਦੇ ਵਿੱਚ ਕਾਂਜੀ ਪਾ ਦਿੱਤੀ ਹੈ, ਦੁੱਧ ਦੇ ਵਿੱਚ ਮਿਲਾਵਟ ਕਰ ਦਿੱਤੀ। ਬਾਹਰੋ ਮਥਨ ਕਰੈ ਜੋ ਤਾਹੇ। ਇੱਕ ਵਾਰੀ ਪਿਆਰਿਓ ਦੁੱਧ ਦੇ ਵਿੱਚ ਕਾਂਜੀ ਪੈ ਜਾਵੇ, ਦੁੱਧ ਫੁੱਟ ਜਾਵੇ ਨਾ, ਜੋ ਮਰਜ਼ੀ ਕਰਨਾ ਕਰੋ, ਉਹਦੇ ਵਿੱਚੋਂ ਮੱਖਣ ਦੀ ਤੁਹਾਨੂੰ ਪ੍ਰਾਪਤੀ ਨਹੀਂ ਹੋ ਸਕਦੀ ਹੈ। ਮਾਖਨ ਕੇਤ ਭੇਦ ਪਾਵੈ ਨਾਹੇ। ਭਾਵੇਂ ਫੁੱਟੇ ਹੋਏ ਦੁੱਧ ਦੇ ਨਾਲ ਜੋ ਮਰਜ਼ੀ ਕਰਨਾ ਕਰੋ, ਉਹਦੇ ਵਿੱਚੋਂ ਤੁਹਾਨੂੰ ਮੱਖਣ, ਦਹੀਂ, ਆਪਣਾ ਘਿਓ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਪੂਰਬ ਹੋਏ ਉਦਾਸੇ ਫਿਰਿਓ। ਹੁਣ ਦੱਸਦੇ ਹਨ, ਇਹ ਦ੍ਰਿਸ਼ਟਾਂਤ ਦਿੱਤਾ ਇਹਨਾਂ ਨੇ, ਇਹ ਦੁੱਧ ਦਾ ਇਹਨਾਂ ਨੇ ਦ੍ਰਿਸ਼ਟਾਂਤ ਦਿੱਤਾ ਕਿ ਦੁੱਧ ਦੇ ਵਿੱਚ ਕਾਂਜੀ ਪੈ ਜਾਵੇ, ਸਾਰਾ ਦੁੱਧ ਜਿਹੜਾ ਖਰਾਬ ਹੋ ਜਾਂਦਾ, ਫੁੱਟੀਆਂ ਪੈ ਜਾਂਦੀਆਂ। ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਪਹਿਲੇ ਤਾਂ ਤੁਸਾਂ ਨੇ ਉਦਾਸੀ ਨੂੰ ਧਾਰਨ ਕਰਨਾ ਕੀਤਾ। ਭੇਖ ਫਕੀਰੇ ਤਨ ਮੈਂ ਕਰਿਓ। ਆਪਣੇ ਤਨ ਦੇ ਵਿੱਚ ਫਕੀਰਾਂ ਦਾ ਤੁਸਾਂ ਨੇ ਲਿਬਾਸ ਧਾਰਨ ਕਰਨਾ ਕੀਤਾ, ਤੁਸੀਂ ਸੰਤ ਫਕੀਰ ਬਣ ਗਏ। ਦੇਸ਼ ਵਿਦੇਸ਼ਾਨ ਰਟਨੋ ਕੀਨੋ। ਆਈ ਫਕੀਰਾਂ ਦਾ, ਸੰਤਾਂ ਦਾ ਲਿਬਾਸ ਧਾਰਨ ਕਰਕੇ ਦੇਸਾਂ ਪ੍ਰਦੇਸਾਂ ਵਿਦੇਸ਼ਾਂ ਦੇ ਵਿੱਚ ਤੁਸਾਂ ਨੇ ਵਿਚਰਨਾ ਕੀਤਾ। ਨਿਜ ਉਪਦੇਸ਼ ਨਰਨ ਕੋ ਦੇਨੋ। ਲੋਕ ਜਿਹੜੇ ਵੀ ਤੁਹਾਡੇ ਤੋਂ ਪ੍ਰਭਾਵਿਤ ਹੁੰਦੇ ਸਨ ਤੇ ਉਹਨਾਂ ਨੂੰ ਫਿਰ ਤੁਸਾਂ ਨੇ ਗਿਆਨ ਦਾ ਉਪਦੇਸ਼ ਦਿੱਤਾ। ਆਪਣਾ ਨਵਾਂ ਮਤ ਆਪ ਜੀ ਨੇ ਤੋੜਨਾ ਕੀਤਾ ਹੈ। ਬਿਰਗਤ ਭਇਓ ਤਜ ਸਰਬ ਪਰਿਵਾਰਾ। ਤੁਸੀਂ ਬਿਰਗਤ ਹੋ ਗਏ, ਪਰਿਵਾਰ ਦਾ ਵੀ ਤਿਆਗ ਕਰ ਦਿੱਤਾ, ਘਰ ਵਾਲੀ ਦਾ ਤਿਆਗ ਕਰ ਦਿੱਤਾ, ਕਾਰੋਬਾਰ ਦਾ ਤਿਆਗ ਕਰ ਦਿੱਤਾ ਤੇ ਸੁਣਿਆ ਕੀਨ ਫਕੀਰੇ ਜਗਤ ਮਝਾਰਾ। ਜਗਤ ਦੇ ਵਿੱਚ ਤੁਸਾਂ ਨੇ ਫਕੀਰੀ ਨੂੰ ਧਾਰਨ ਕਰਨਾ ਕੀਤਾ, ਸੰਤਾਂ ਦਾ ਲਿਬਾਸ ਚੋਲਾ ਧਾਰਨ ਕੀਤਾ ਹੈ। ਅਬ ਤੈ ਪਹਿਰੇ ਚਿਰ ਸੰਸਾਰੇ। ਹੁਣ ਕਹਿੰਦੇ ਹਨ, ਜਿਸ ਤਰ੍ਹਾਂ ਕਿ ਪਿਆਰਿਓ ਪਿਛਲੇ ਦੀਵਾਨਾਂ ਦੇ ਵਿੱਚ, ਕੱਲ ਜਾਂ ਪਰਸੋਂ ਦੇ ਦੀਵਾਨਾਂ ਦੇ ਵਿੱਚ ਵੀ ਦਾਸ ਨੇ ਬੇਨਤੀ ਕੀਤੀ ਸੀ ਕਿ ਆਮ ਜਿੰਨੇ ਵੀ ਲੋਕ ਹੁੰਦੇ ਨਾ ਪਿਆਰਿਓ, ਵਸਤਰਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਹੁੰਦਾ। ਆਪਾਂ ਵੀ ਵੇਖਿਓ ਸਿਰਫ ਵਸਤਰਾਂ ਨੂੰ ਤੱਕਦੇ ਆ, ਲੇਕਿਨ ਪਿਆਰਿਓ ਅਸਲ ਦੇ ਵਿੱਚ ਵਸਤਰਾਂ ਦੇ ਪਿੱਛੇ ਜਿਹੜਾ ਵੀ ਲੱਗਦਾ ਨਾ ਉਹ ਫਸ ਜਾਂਦਾ। ਤੇ ਵਸਤਰਾਂ ਨੂੰ ਵੇਖੋ ਤੇ ਵਸਤਰਾਂ ਦੇ ਅੰਦਰ ਜੋ ਵਿਅਕਤੀ ਛੁਪਿਆ ਹੋਇਆ, ਉਹਦੇ ਮਨ ਨੂੰ ਵੇਖੋ, ਉਹਦੀ ਅਵਸਥਾ ਨੂੰ ਵੇਖੋ। ਕਈ ਵਾਰੀ ਜਿਨ੍ਹਾਂ ਨੇ ਸਾਧੂਆਂ ਦਾ, ਸੰਤਾਂ ਦਾ ਚੋਲਾ ਧਾਰਨ ਕਰਨਾ ਕੀਤਾ, ਬਾਹਰੋਂ ਤਾਂ ਸੰਤ ਹੁੰਦੇ ਹਨ, ਅੰਦਰ ਉਹ ਸ਼ੈਤਾਨ ਬਣ ਕਰਕੇ ਬੈਠੇ ਹੋਏ ਸ਼ੈਤਾਨੀਆਂ ਕਰਦੇ ਹਨ, ਗਲਤ ਕੰਮ ਕਰਦੇ, ਬਦਫੈਲੀਆਂ ਕਰਦੇ। ਬਹੁਤ ਸਾਰੀਆਂ ਉਦਾਹਰਨਾਂ ਤੁਹਾਡੇ ਸਾਹਮਣੇ ਮੌਜੂਦ ਹੈ। ਕਈ ਇਹੋ ਜਿਹੇ ਜਿਹੜੇ ਹਨ ਜਿਹੜੇ ਸੰਤਾਂ ਦਾ ਲਿਬਾਸ ਧਾਰਨ ਕਰਕੇ ਲੋਕਾਂ ਨੂੰ ਠੱਗਦੇ, ਅੱਜ ਉਹ ਜੇਲ੍ਹ ਖਾਨੇ ਦੇ ਵਿੱਚ ਬੰਦ ਪਏ ਹੋਏ ਤੇ ਕਈਆਂ ਦੀ ਵਾਰੀ ਆਉਣ ਵਾਲੀ ਵੀ ਹੈ। ਇਹ ਨਹੀਂ ਸਮਝਣਾ ਕਿ ਬਸ ਇੱਥੇ ਖਤਮ ਹੋ ਗਿਆ। ਬਹੁਤ ਸਾਰੇ ਇਹੋ ਜਿਹੇ ਅੱਜ ਵੀ ਮੌਜੂਦ ਹਨ। ਬਾਣਾ ਤਾਂ ਉਹਨਾਂ ਨੇ
ਜਿਹੜਾ ਸੰਤਾਂ ਦਾ ਧਾਰਨ ਕਰਨਾ ਕੀਤਾ ਅੰਦਰ ਸ਼ੈਤਾਨ ਹਨ। ਇੱਥੇ ਵੀ ਪਿਆਰਿਓ ਬੰਦਾ ਭੁਲੇਖਾ ਖਾ ਜਾਂਦਾ। ਤੇ ਦੂਜਾ ਸਭ ਤੋਂ ਵੱਡਾ ਭੁਲੇਖਾ ਜਿਹੜਾ ਹੈ, ਕਈ ਵਾਰੀ ਕਈ ਗੁਰੂ ਕੇ ਸਿੱਖ ਅਸਲ ਦੇ ਵਿੱਚ ਮਹਾਰਾਜ ਜੀ ਨੇ ਸਿਰਫ ਭੇਖ ਦਾ ਨਾਮ ਸੰਤਗਿਰੀ ਜਾਂ ਸੰਤ ਨਹੀਂ ਕਿਹਾ। ਜਿਹਦੀ ਅਵਸਥਾ ਮਹਾਨ ਹੁੰਦੀ ਹੈ, ਭਾਵੇਂ ਉਹ ਜੋ ਮਰਜੀ ਭੇਖ ਨੂੰ ਧਾਰਨ ਕਰਨਾ ਕਰੇ, ਜਿਹੋ ਜੇ ਮਰਜੀ ਉਹ ਵਸਤਰਾਂ ਨੂੰ ਧਾਰਨ ਕਰਨਾ ਕਰੇ, ਜਿਹੜੀ ਅਵਸਥਾ ਉੱਚੀ ਹੁੰਦੀ ਹੈ, ਜਿਹਦਾ ਨਿਤਨੇਮ ਬਹੁਤ ਤਗੜਾ, ਜੋ ਸੇਵਾ ਸਿਮਰਨ ਦੇ ਨਾਲ ਜੁੜਿਆ ਹੋਇਆ, ਅਸਲੀ ਪਿਆਰਿਓ ਉਹ ਸੰਤ ਹਨ। ਕਈ ਇਹੋ ਜਿਹੇ ਗੁਰੂ ਕੇ ਸਿੱਖ ਅੱਜ ਵੀ ਗੁਰੂ ਘਰ ਦੇ ਵਿੱਚ, ਤਖਤ ਸਾਹਿਬ ਦੇ ਵਿੱਚ ਜਾਂ ਹਰ ਥਾਂ ਤੇ ਮੌਜੂਦ ਹਨ। ਬਾਣਾ ਤਾਂ ਪਿਆਰਿਓ ਲਿਬਾਸ ਆਮਰ ਸੰਸਾਰੀ, ਵਸਤਰ ਉਹਨਾਂ ਨੇ ਧਾਰਨ ਕਰਨੇ ਕੀਤੇ, ਲੇਕਿਨ ਵਸਤਰਾਂ ਦੇ ਮਗਰ ਨਾ ਲੱਗੋ। ਉਹਨਾਂ ਦੀ ਅਵਸਥਾ ਵੇਖੋ, ਅਵਸਥਾ ਉਹਨਾਂ ਦੀ ਅਵਸਥਾ ਬਹੁਤ ਉੱਚੀ ਅਵਸਥਾ, ਬਹੁਤ ਸੁੱਚੀ ਅਵਸਥਾ। ਇੰਨਾ ਤਗੜਾ ਉਹਨਾਂ ਦਾ ਨਿਤਨੇਮ ਨਾਮ ਬਾਣੀ ਦੇ ਨਾਲ, ਸੇਵਾ ਸਿਮਰਨ ਦੇ ਨਾਲ ਜੁੜੇ ਹੋਏ। ਇੱਥੇ ਵੀ ਬੰਦਾ ਫੇਲ ਹੋ ਜਾਂਦਾ। ਜੇ ਸਾਧੂ ਦਾ ਲਿਬਾਸ, ਸਿਰਫ ਸੰਤਾਂ ਦਾ ਲਿਬਾਸ ਧਾਰਨ ਕਰਕੇ ਕੋਈ ਆਪਾਂ ਕਹਿ ਦਿੰਦੇ ਆ ਇਹ ਸ਼ੈਤਾਨ ਸੰਤ ਬਣ ਗਿਆ, ਉਹ ਵੀ ਗਲਤ ਹੈ। ਤੇ ਫਿਰ ਕਈ ਸੰਸਾਰੀ ਵਸਤਰ ਪਾ ਕਰਕੇ ਹੁੰਦੇ ਸੰਤ ਹਨ। ਆਪਾਂ ਜਦੋਂ ਕਹਿ ਦਿੰਦੇ ਆ ਕਿ ਲਓ ਭਈ ਇਹ ਕਾਦਾ ਜੀ, ਇਹਨੇ ਤਾਂ ਸੰਸਾਰੀ ਵਸਤਰ ਪਾਏ, ਉੱਥੇ ਵੀ ਬੰਦਾ ਭੁੱਲ ਕਰ ਜਾਂਦਾ। ਨਹੀਂ ਪਿਆਰਿਓ, ਮਹਾਰਾਜ ਜੀ ਨੇ ਵਸਤਰਾਂ ਦੇ ਨਾਲ ਹੀ ਤੋੜਨ ਵਾਸਤੇ ਇਹ ਉਪਦੇਸ਼ ਦਿੱਤਾ। ਇਹ ਮਹਾਰਾਜ ਜੀ ਨੇ ਸਵਾਂਗ ਰਚਨਾ ਕੀਤਾ। ਹੁਣ ਜਦੋਂ ਸੰਸਾਰੀ ਵਸਤਰ ਪਾ ਲਿਆ, ਇਹ ਕਟਾਕਸ਼ ਕਰਦੇ ਹਨ ਸਤਿਗੁਰੂ ਮਹਾਰਾਜ ਜੀ ਦੇ ਉੱਤੇ। ਹੋਇ ਕਰ ਬੈਠਿਓ ਬੜ ਪਰਵਾਰੇ। ਹੁਣ ਪਹਿਲੇ ਤਾਂ ਪਰਿਵਾਰ ਦਾ ਤਿਆਗ ਕਰ ਦਿੱਤਾ, ਲੇਕਿਨ ਹੁਣ ਪਰਿਵਾਰ ਦੇ ਵਿੱਚ ਸੁਣਿਆ, ਪਰਿਵਾਰ ਦੇ ਵਿੱਚ ਆ ਕੇ ਘਰ ਵਾਲੀ ਨੂੰ ਨਾਲ ਰੱਖਦੇ, ਬੱਚਿਆਂ ਨੂੰ ਵੀ ਨਾਲ ਲੈਣਾ ਕੀਤਾ। ਤਤ ਰੂਪ ਪਹਿਚਾਨਿਓ ਨਾਹੀ। ਲੱਗਦਾ ਕਿ ਤਤ ਰੂਪ ਜੋ ਪਰਮਾਤਮਾ ਦਾ ਹੈ, ਉਹਨੂੰ ਤੁਸਾਂ ਨੇ ਨਹੀਂ ਜਾਣਨਾ ਕੀਤਾ ਹੈ। ਬੌਰੋ ਫਸਿਓ ਗ੍ਰਸਤ ਕੇ ਮਾਹੇ। ਪਹਿਲੇ ਤਾਂ ਗ੍ਰਸਤ ਦਾ ਤਿਆਗ ਕਰ ਦਿੱਤਾ, ਸੰਤ ਬਣ ਗਏ, ਸਾਧੂ ਬਣ ਗਏ, ਲੇਕਿਨ ਹੁਣ ਫਿਰ ਗ੍ਰਸਤ ਦੇ ਵਿੱਚ ਆ ਗਏ। ਗ੍ਰਸਤ ਦੇ ਵਿੱਚ ਤੁਸੀਂ ਫਸ ਗਏ, ਉਲਝ ਕਰਕੇ ਰਹਿ ਗਏ। ਜਿਸ ਮੈਂ ਉਦਾਹਰਨ ਸੱਚੇ ਪਾਤਸ਼ਾਹ ਜਿੰਨੇ ਵੀ ਸਤਿਗੁਰੂ ਮਹਾਰਾਜ ਜੋ ਹਨ ਤੇ ਕਾਰਜ ਕਰਨੇ ਕੀਤੇ, ਇਹ ਸਾਨੂੰ ਸਿੱਖਿਆ ਦੇਣ ਦੇ ਵਾਸਤੇ। ਅਨੇਕ ਤਰ੍ਹਾਂ ਦੇ ਜੋ ਵਿਚਾਰ ਜੋ ਹਨ ਜੰਜਾਲ ਗ੍ਰਸਤ ਦੇ ਵਿੱਚ ਹਨ, ਤੇ ਜਿਹੜਾ ਵੀ ਗ੍ਰਸਤੀ ਬਣ ਜਾਂਦਾ ਉਹ ਇਹਨਾਂ ਜੰਜਾਲ ਦੇ ਵਿੱਚ ਫਸ ਜਾਂਦਾ। ਸੁਣ ਕੇ ਸ਼ੇਰੇ ਗੁਰ ਬਚਨ ਬਖਾਨੇ। ਸੁਣ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਅੱਗੋਂ ਬਚਨ ਕੀਤਾ। ਭੰਗਰ ਤਤ ਨ ਲਖਿਓ ਅਜਾਨੇ। ਸਤਿਗੁਰੂ ਜੀ ਕਹਿਣ ਲੱਗੇ, ਭੰਗਰਾ ਤੂਨੇ ਤਾਂ ਅਸਲ ਤਤ ਨੂੰ ਨਹੀਂ ਜਾਣਨਾ ਕੀਤਾ ਭਾਈ। ਇਸ ਤਰ੍ਹਾਂ ਮਹਾਰਾਜ ਜੀ ਨੇ ਹੁਣ ਅੱਗੇ, ਕਿਉਂਕਿ ਇਹਨਾਂ ਨੇ ਪ੍ਰਸ਼ਨ ਪੁੱਛਿਆ, ਤੁਸਾਂ ਨੇ ਮਹਾਰਾਜ ਦੁੱਧ ਜਿਹੜਾ ਗਵਾਚ ਦਿੱਤਾ, ਸਾਰਾ ਖਰਾਬ ਕਰ ਦਿੱਤਾ। ਇੰਨਾ ਵਧੀਆ ਦੁੱਧ ਨੂੰ ਜਮਾ ਕਰਕੇ ਕਾਂਜੀ ਪਾ ਦਿੱਤੀ ਹੈ, ਉਹਨੂੰ ਫਿੱਟੀਆਂ ਕਰ ਦਿੱਤੀਆਂ, ਉਹਨੂੰ ਭਾਵ ਕੇ ਫੋੜ ਕੇ ਰੱਖ ਦਿੱਤਾ। ਇਹ ਉਹਨਾਂ ਨੇ ਪ੍ਰਸ਼ਨ ਕੀਤਾ। ਹੁਣ ਸਤਿਗੁਰੂ ਮਹਾਰਾਜ ਇਹਨਾਂ ਨੂੰ ਕੀ ਜਵਾਬ ਦਿੰਦੇ ਹਨ, ਜਿਹਦਾ ਉਲੇਖ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਕਰਨਾ ਕੀਤਾ। ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ, ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ। ਅੱਗੇ ਤੋਂ ਸਮਤ ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, हे पूरन है सर्ब मैं दुख भांजन गुण तास।
हे संगी हे निरंकार, हे निर्गुण सब टेक, हे गोबिंद हे मान जाए सदा विवेक, हे परम्पर हर हरे है पी होवनहार, हे संग निधारा आधार, हे ठाकुर हों दासरो मैं निर्गुण गुण नहीं कोय, नानक दीजै नाम दान। आए प्रभ शरणागति कृपा निध दयाल, एक अखर हर मन बसता, नानक होत निहाल। वाहिगुरु नाम जहाज है, चढ़े सो उतरै पार, जो शरधा कर सेवंदे, गुर पार उतारण हार। कथा निता प्रत होत है, सुनो सो सिंह सुजान, नानक गुरु गोबिंद सिंह जी सदा करै कल्याण। नानक गुरु गोबिंद सिंह जी सदा करै कल्याण। एक ओंकार सतनाम। ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਭੀ ਸੱਚ। ਏਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਭੀ ਸੱਚ। ਏਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਏਕ ਓੰਕਾਰ ਸਤਨਾਮ। ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਭੀ ਸੱਚ। ਏਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ, ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ, ਬਾਜਾ ਸੋਜੀ ਪਿਆਰੇ ਗੋਬਿੰਦ ਜੀ, ਜੀ ਪਿਆਰੇ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ ਅੱਗੇ ਤੋਂ ਸਮਤ ਆਈਆਂ। ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਦੀਆਂ ਜੋ ਜੀ। ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ ਸੋ ਨਿਹਾਲ।